ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਦੜੀ ਛੰਦ, ਜੋ ਜੜ ਜੰਗਮ ਕੋ ਦੀਤ ਦਾਨ। ਜਿਹ ਦੇਵ ਦਾਤ ਜਾਚਹਿ ਮਹਾਨ। ਬ੍ਰਹਮੰਡ ਖੰਡ ਜਿਨ ਸਿਰਜ ਦੀਨਾ। ਤਿਹ ਸਿਮਰ ਹੋਏ ਸਭ ਕਸ਼ਟ ਸ਼ੀਨਾ। ਜੋ ਜੜ ਜੰਗਮ ਕੋ ਦੀਤ ਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਵਾਨ ਸੰਧਿਆ ਦੇ ਸਮੇਂ ਤੋਂ ਸਜ ਰਹੇ ਹੈ। ਬੇਅੰਤ ਸੰਗਤਾਂ ਨੇ ਹਾਜ਼ਰੀ ਭਰ ਕੇ ਲਾਹਾ ਲਿਆ ਹੈ। ਗੁਰਬਾਣੀ ਪੜ੍ਹ ਸੁਣ ਕੇ ਆਪ ਜੀ ਆਪਣਾ ਜੀਵਨ ਸਫਲਾ ਸਕਾਰਤਾ ਕਰ ਰਹੇ ਹੋ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਰੋਜ਼ਾਨਾ ਹੀ ਰਹਿਰਾਸ ਸਾਹਿਬ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਪੜ੍ਹ ਸੁਣ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ ਜੋ ਸਤਿਗੁਰੂ ਨਾਨਕ ਸਾਹਿਬ ਜੀ ਸੰਸਾਰ ਨੂੰ ਤਾਰਨ ਵਾਸਤੇ ਆਏ ਹੈ। ਉਹਨਾਂ ਸਤਿਗੁਰਾਂ ਨੇ ਜਗਨਨਾਥਪੁਰੀ ਵਿੱਚ ਉਪਦੇਸ਼ ਕਰਕੇ ਉਸਦੇ ਪੰਡਤਾਂ ਨੂੰ ਫਿਰ ਅਗਲੇ ਪਾਸੇ ਚਾਲਾ ਮਾਰ ਦਿੱਤਾ। ਇੱਕ ਇਲਾਕੇ ਵਿੱਚ ਆਏ ਹੈ ਜਿੱਥੇ ਇੱਕ ਨਗਰ ਸੀ। ਉਹਦੇ ਬਾਰ-ਬਾਰ ਬ੍ਰਿਛ ਦੇ ਹੇਠਾਂ ਬੈਠ ਗਏ ਸਤਿਗੁਰੂ ਜੀ।
ਜਦੋਂ ਉਹ ਸੰਘਣੀ ਛਾਂ ਹੇਠਾਂ ਬੈਠ ਗਏ ਹੈ, ਇਹਨਾਂ ਨੂੰ ਇੱਕ ਗਰੀਬ ਮਰਾਸੀ ਆਇਆ ਹੈ, ਹੱਥ ਜੋੜ ਕੇ ਮੱਥਾ ਟੇਕਿਆ ਤੇ ਕਹਿਣ ਲੱਗਾ, ਸੰਤ ਜੀ ਆਪ ਮਹਾਨ ਹੋ, ਆਪ ਜੀ ਮੈਨੂੰ ਮਹਾਨ ਹੀ ਰਾਜੇ ਜੈਸੇ ਦਿਖ ਰਹੇ ਹੋ। ਮੈਂ ਐਸਾ ਤੁਹਾਨੂੰ ਦੇਖ ਰਿਹਾ, ਕਿਰਪਾ ਕਰਕੇ ਮੈਨੂੰ ਭਿਖਿਆ ਦੇ ਦਿਓ ਤੇ ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ। ਗੁਰੂ ਸਾਹਿਬ ਜੀ ਦੀ ਦੀਨਤਾਈ ਵੇਖ ਕੇ ਕਹਿਣ ਲੱਗੇ ਵੀ ਭਾਈ ਤੂੰ ਉਹ ਜੋ ਸਾਹਮਣੇ ਰੁੱਖ ਹੈ ਉਹਦੇ ਮੁੱਢ ਦੇ ਵਿੱਚੋਂ ਜਿਹੜਾ ਹੈ ਜੋ ਤੂੰ ਚਾਹੁੰਦਾ ਉਹ ਪਾ ਲਾ। ਇਹ ਸੁਣ ਕੇ ਬੜਾ ਖੁਸ਼ ਹੋਇਆ, ਮੱਥਾ ਟੇਕ ਕੇ ਬੜੀ ਛੇਤੀ ਨਾਲ ਦੌੜ ਕੇ ਗਿਆ। ਮਨ ਵਿੱਚ ਭਾਵਨਾ ਸੀ ਵੀ ਇਹ ਉੱਥੇ ਸੋਨੇ ਦੀ ਮੋਹਰ ਹੋਵੇ, ਕਿਉਂਕਿ ਪਰਮੇਸ਼ਰ ਐਸਾ ਹੈ, ਮਨ ਬਾਂਛਿਤ ਫਲ ਪਾਵੇ ਸੋਈ, ਦੁੱਖ ਨਾ ਤਿਸੇ ਵਿਆਪਤ ਕੋਈ। ਮਨ ਭਾਉਂਦੇ ਫਲ ਉਹ ਪਾ ਲੈਂਦੇ, ਇਹਨਾਂ ਨੂੰ ਦੁੱਖ ਨਹੀਂ ਵਿਆਪਦਾ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਤੇ ਇਹ ਭੱਜ ਕੇ ਗਿਆ ਹੈ। ਉਹ ਕੀ ਵੇਖਿਆ ਵੀ ਜਿਵੇਂ ਇੱਛਾ ਕੀਤੀ ਹੈ, ਮੁੱਢ ਵਿੱਚ ਮੋਹਰ ਪਈ ਹੋਈ ਹੈ। ਉਹ ਮੋਹਰ ਇਸ ਨੇ ਚੁੱਕ ਲਈ, ਬੜਾ ਖੁਸ਼ ਹੋਇਆ। ਨਗਰ ਵਿੱਚ ਜਾ ਕੇ ਉੱਚੀ ਉੱਚੀ ਕਹਿਣ ਲੱਗਾ, ਲੋਕੋ ਬਾਹਰ ਸੰਤ ਆਏ ਇੱਕ ਮਹਾਨ, ਜੋ ਕੁਝ ਮੰਗੀ ਉਹ ਦੇ ਦਿੰਦੇ ਹੈ। ਲੋਕ ਸੁਣ ਕੇ ਬਹੁਤੇ ਉੱਥੇ ਗਰੀਬ ਸਨ, ਨੱਠ ਨੱਠ ਕੇ ਆਏ। ਜਿੱਥੇ ਸਤਿਗੁਰੂ ਸਨ, ਦਰਸ਼ਨ ਕਰ ਕਰਕੇ ਆਪਣੀਆਂ ਮੰਗਾਂ ਮੰਗਦੇ ਹੈ। ਉਹ ਸਾਰੇ, ਜਿੱਥੇ ਕੋਈ ਕਹਿੰਦਾ ਮੈਨੂੰ ਆਹ ਚਾਹੀਦਾ ਹੈ, ਗੁਰੂ ਸਾਹਿਬ ਜੀ ਕਹਿੰਦੇ ਫਲਾਣੇ ਸਥਾਨ 'ਤੇ ਪਈ ਹੈ ਚੀਜ਼ ਭਾਈ, ਉੱਥੋਂ ਤੂੰ ਚੁੱਕ ਲਾ। ਤੂੰ ਵੀ ਉਹ ਫਲਾਣੇ ਰੁੱਖ ਦੇ ਹੇਠਾਂ ਮੁੱਢ 'ਚ ਪਈ, ਉੱਥੋਂ ਲੈ ਲਾ, ਪ੍ਰਾਪਤ ਕਰ ਲਾ। ਉਸੇ ਤਰ੍ਹਾਂ ਹੀ ਉਹ ਪਾਉਂਦੇ ਰਹੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਇੱਛਾ ਪੂਰੀਆਂ ਸਤਿਗੁਰੂ ਜੀ ਕਰ ਰਹੇ ਸੀ। ਇੱਥੋਂ ਦੇ ਰਾਜੇ ਨੂੰ ਪਤਾ ਲੱਗਾ। ਰਾਜਾ ਜਿਹੜਾ ਹੈ ਉਹ ਵੀ ਬੜਾ ਪ੍ਰਸੰਨ ਹੋ ਕੇ ਆਇਆ, ਮੱਥਾ ਟੇਕਿਆ, ਕਹਿਣ ਲੱਗਾ, ਆਪ ਮਹਾਨ ਸੰਤੋ, ਸਰੀਰ ਧਾਰਿਆ ਪੁਕਾਰ ਕਰਨ ਵਾਸਤੇ, ਕਿਰਪਾ ਕਰਕੇ ਆਪ ਜੀ ਜਿਹੜਾ ਮੈਨੂੰ ਉਪਦੇਸ਼ ਦਿਓ। ਗੁਰੂ ਸਾਹਿਬ ਜੀ ਨੇ ਨਗਰ ਦੇ ਸਮੇਤ ਇਹਨੂੰ ਵੀ ਮਹਾਨ ਉਪਦੇਸ਼ ਬਖਸ਼ਿਸ਼ ਕੀਤਾ, ਜਿਸ ਕਰਕੇ ਇਹਦੇ ਵੀ 5 ਕੋਸ਼ਾਂ ਦੇ ਪਰਦੇ ਜਿਹੜੇ ਖੁੱਲ੍ਹ ਗਏ ਅਤੇ ਸਾਖਿਆਤਕਾਰਤਾ ਰੂਪ ਸਰੂਪ ਦੀ ਹੋ ਗਈ। ਉੱਥੋਂ ਚੱਲ ਕੇ ਗੁਰੂ ਜੀ ਮੁਨਾਫਕ ਦੇਸ਼ ਗਏ, ਜਿੱਥੋਂ ਦੇ ਲੋਕਾਂ ਨੇ ਨਾ ਪਰਮੇਸ਼ਰ ਨੂੰ ਕੋਈ ਜਾਣਦੇ ਸੀ, ਨਾ ਕਦੇ ਸੁਣਿਆ ਸੀ ਵੀ ਉਹ ਪਰਮੇਸ਼ਰ ਨਾਮ ਵੀ ਕੋਈ ਹੈ, ਕੋਈ ਸਾਧ ਸੰਗਤ ਵੀ ਹੈਗੀ। ਜਦੋਂ ਇਹੋ ਜਿਹੀ ਥਾਂ 'ਤੇ ਸਤਿਗੁਰੂ ਜੀ ਗਏ ਹੈ, ਇੱਕ ਜ਼ਿਮੀਂਦਾਰ ਦਾ ਖੇਤ, ਉਹਦੇ ਕੰਢੇ 'ਤੇ ਬੈਠ ਗਏ। ਅਤੇ ਇੱਥੋਂ ਦੇ ਲੋਕਾਂ ਦੀ ਇਹ ਖੋਟੀ ਰੀਤੀ ਸੀ ਵੀ ਰਾਜੇ ਨੂੰ ਹੀ ਉਹ ਰੱਬ ਮੰਨਦੇ ਸਨ। ਅਤੇ ਜਦੋਂ ਮੀਂਹ ਪਵਾਉਣਾ ਹੁੰਦਾ, ਰਾਜੇ ਪਾਸ ਚਲੇ ਜਾਂਦੇ। ਉਹ ਇੰਦਰ ਦੇਵਤੇ ਦਾ ਮੰਤਰ ਉਚਾਰਨ ਕਰਦਾ ਤਾਂ ਜੋ ਮੀਂਹ ਪੈ ਜਾਂਦਾ, ਫਿਰ ਲੋਕਾਂ ਦੀ ਖੇਤੀ ਹੋ ਜਾਂਦੀ ਸੀ। ਪਰ ਜਿਸ ਦਿਨ ਗੁਰੂ ਸਾਹਿਬ ਜੀ ਚਲੇ ਗਏ, ਕੋਈ ਮੀਂਹ ਨਹੀਂ ਪਿਆ ਉੱਥੇ। ਮਹਾਰਾਜ ਜੀ ਨੇ ਸਾਰੇ ਜਿਹੜੇ ਬਾਰਿਸ਼ਾਂ ਬੰਨ੍ਹ ਕੇ ਰੱਖ ਦਿੱਤੀਆਂ। ਇਹ ਲੋਕ ਰਾਜੇ ਪਾਸ ਗਏ, ਕਹਿੰਦੇ ਰਾਜਨ ਇਹ ਮੀਂਹ ਨਹੀਂ ਪੈ ਰਿਹਾ, ਤੂੰ ਕੁਝ ਨਾ ਕੁਝ ਮੁਖੋਂ ਕਹਿ ਹੁਣ ਬਚਨ। ਰਾਜਾ ਕਹਿੰਦਾ ਹੌਸਲਾ ਰੱਖੋ, ਕੋਈ ਨਹੀਂ ਪੈ ਜਾਏਗਾ। ਇਹ ਰਾਜੇ ਨੇ ਫਿਰ ਮੀਂਹ ਪਾਉਣ ਵਾਸਤੇ ਮੰਤਰ ਉਚਾਰਨ ਕੀਤਾ ਇੰਦਰ ਦੇਵਤੇ ਦਾ, ਪਰ ਮੀਂਹ ਕੋਈ ਨਾ ਪਿਆ। 3 ਦਿਨ ਬੀਤ ਗਏ, ਫਿਰ ਲੋਕ ਗਏ, ਇਹਨੇ ਫਿਰ ਹੌਸਲਾ ਦਿੱਤਾ, ਮੀਂਹ ਕੋਈ ਨਾ ਪਿਆ। ਫਿਰ ਜਦੋਂ 7 ਦਿਨ 6 ਦਿਨ ਬੀਤ ਕੇ ਲੋਕ ਇਕੱਠੇ ਹੋ ਕੇ ਫਿਰ ਗਏ, ਕਹਿੰਦੇ ਰਾਜਾ ਅਸੀਂ ਚਾਹੁੰਦੇ ਹਾਂ ਵੀ ਮੀਂਹ ਪੈ ਜਾਏ, ਪਰ ਮੀਂਹ ਕੋਈ ਪੈ ਨਹੀਂ ਡਿਆ, ਤੂੰ ਕੁਝ ਨਾ ਕੁਝ ਕਰ, ਨਹੀਂ ਤੇ ਖੇਤੀ ਜਿਹੜੀ ਸਾਰੀ ਸੁੱਕ ਜਾਏਗੀ। ਇਹ ਰਾਜੇ ਨੇ ਫਿਰ ਉਚਾਰਨ ਕੀਤਾ ਮੰਤਰ, ਪਰ ਮੀਂਹ ਨਾ ਪਿਆ, ਕਿਉਂਕਿ ਮੀਂਹ ਜਿਹੜੇ ਉਹਦੇ ਪਰਮੇਸ਼ਰ ਦੇ ਵੱਸ ਹੈ ਅਤੇ ਗੁਰੂ ਪਰਮੇਸ਼ਰ ਉੱਥੇ ਆਣ ਬੈਠੇ ਸੀ। ਫਿਰ ਇੱਕ ਜ਼ਿਮੀਂਦਾਰ ਬੜਾ ਝੂਰਦਾ ਉਹ ਖੇਤ ਕੋਲ ਆਇਆ, ਜਿੱਥੇ ਗੁਰੂ ਸਾਹਿਬ ਜੀ ਬਿਰਾਜਮਾਨ ਸਨ। ਮਹਾਰਾਜ ਕਹਿੰਦੇ ਜ਼ਿਮੀਂਦਾਰਾ ਕਿਉਂ ਝੂਰਦਾ ਹੈ, ਕੀ ਹੋਇਆ ਹੈ, ਤੂੰ ਆਪਣਾ ਕਾਰਨ ਦੱਸ ਦੁੱਖ ਦਾ। ਕਹਿੰਦਾ ਵੀ ਕੀ ਦਸੀਏ, ਮੀਂਹ ਪੈਂਦਾ ਹੁੰਦਾ ਸੀ, ਉਹ ਪੈ ਨਹੀਂ ਰਿਹਾ, ਲੱਗਦਾ ਕਾਲ ਪੈ ਜਾਣਾ, ਹੁਣ ਅੰਨ ਹੱਥੋਂ ਵੀ ਦੁਖੀ ਹੋਣਾ ਅਸਾਂ ਨੇ, ਇਸ ਕਰਕੇ ਧੀਰਜ ਨਹੀਂ ਰੱਖ ਰਹੇ।
ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਪਹਿਲਾਂ ਕਿਵੇਂ ਮੀਂਹ ਪੈਂਦਾ ਸੀ। ਕਹਿੰਦਾ ਜੀ ਜਿਵੇਂ ਰਾਜਾ ਇੰਦਰ ਦੇਵਤੇ ਦਾ ਮੰਤਰ ਉਚਾਰਨ ਕਰਦਾ ਸੀ, ਜਿਸ ਕਰਕੇ ਮੀਂਹ ਪੈ ਜਾਂਦਾ ਸੀ। ਹੁਣ ਉਹ ਕਹਿ ਰਿਹਾ ਪਰ ਮੀਂਹ ਨਹੀਂ ਪੈ ਰਿਹਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਤੁਸੀਂ ਇਹ ਮੰਤਰ ਛੱਡ ਕੇ ਉਸ ਕਰਤਾਰ ਪਰਮੇਸ਼ਰ ਦਾ ਭਜਨ ਕਰੋ। ਇਹ ਹੁਣ ਕਦੀ ਸੁਣਿਆ ਨਹੀਂ ਸੀ ਨਾਮ। ਜ਼ਿਮੀਂਦਾਰ ਕਹਿਣ ਲੱਗਾ ਵੀ ਉਹ ਕਰਤਾਰ ਕੌਣ ਹੈ? ਅੱਜ ਤੱਕ ਅਸਾਂ ਤੇ ਉਹ ਕੋਈ ਨਾਮ ਨਹੀਂ ਸੁਣਿਆ ਕਰਤਾਰ ਪਰਮੇਸ਼ਰ ਦਾ। ਉਹ ਆਪ ਜੀ ਸਾਨੂੰ ਉਹਦੇ ਬਾਰੇ ਦੱਸੋ। ਗੁਰੂ ਸਾਹਿਬ ਜੀ ਕਹਿੰਦੇ ਵੀ ਜ਼ਿਮੀਂਦਾਰਾ ਉਹਦੇ ਪਰਮੇਸ਼ਰ ਸਾਰੇ ਵਿਆਪ ਰਿਹਾ ਹੈ, ਤੇਰੇ ਵਿੱਚ, ਸਾਡੇ ਵਿੱਚ, ਪਤਾਲਾਂ ਆਕਾਸ਼ਾਂ ਬ੍ਰਹਿਮੰਡਾਂ ਵਿੱਚ। ਇਹ ਖੇਤੀ ਵੀ ਉਹਦੇ ਵਾਸੀ ਹੈ। ਉਹਨੂੰ ਜਿੱਥੇ ਕੋਈ ਸਿਮਰੇ ਯਾਦ ਕਰੇ ਉੱਥੇ ਹੀ ਹਾਜ਼ਰ ਹੋ ਜਾਂਦਾ। ਇਸ ਕਰਕੇ ਤੂੰ ਉਹਨਾਂ ਦਾ ਸਿਮਰਨ ਕਰ, ਖੇਤੀ ਹੋ ਜਾਏਗੀ। ਇਹ ਕੁਝ ਸੁਣ ਕੇ ਜ਼ਿਮੀਂਦਾਰ ਜਿਹੜਾ ਹੱਕਾ ਬੱਕਾ ਰਹਿ ਗਿਆ ਸੀ। ਫਿਰ ਜਿਵੇਂ ਹੋਰ ਬਚਨ ਵਿਲਾਸ ਹੋਏ, ਉਹ ਪ੍ਰਸੰਗ ਜਿਹੜਾ ਆਪਾਂ ਸਰਵਣ ਕਰੀਏ, ਅੱਜ ਆ ਰਹੀ ਹੈ ਕਥਾ। ਜਿਵੇਂ ਕਥਾ ਵਿਚਾਰ ਆਉਂਦੀ, ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਦੜੀ ਛੰਦ ਜੋ ਜੜ ਜੰਗਮ ਕੋ ਦੇਤ ਦਾਨ। ਗੁਰੂ ਸਾਹਿਬ ਕਹਿੰਦੇ, ਹੇ ਜ਼ਿਮੀਂਦਾਰਾ, ਉਹਦੇ ਭਗਵਾਨ ਪਰਮੇਸ਼ਰ ਐਸਾ ਜਿਹਦਾ ਕਦੀ ਅੰਤ ਨਹੀਂ ਪੈ ਸਕਦਾ ਹੈ। ਆ ਜੋ ਤੂੰ ਦੇਖ ਰਿਹਾ ਨਾ, ਜੜ, ਦਰਖਤ, ਪਹਾੜ, ਇਹ ਜਿੰਨੇ ਇੱਕ ਥਾਂ ਟਿਕੇ ਰਹਿਣ ਵਾਲੇ ਹੈ, ਜੰਗਮ ਜਿਹੜੇ ਤੁਰੇ ਫਿਰਨ ਵਾਲੇ ਹੈ ਜੀਵ ਸਾਰੇ, ਉਹਨਾਂ ਸਾਰਿਆਂ ਨੂੰ ਉਹੀਓ ਦਾਨ ਦਿੰਦਾ ਪਰਮੇਸ਼ਰ। ਜਿਹ ਦੇਵ ਦਾਤ ਜਾਚਹਿ ਮਹਾਨ। ਜਿਸ ਕਰਤਾਰ ਕੋਲੋਂ ਹੀ 33 ਕਰੋੜ ਦੇਵਤੇ ਸਾਰੇ ਦੈਂਤ ਨੇ ਸਾਚਰ ਭੂਤ, ਇਹ ਮਹਾਨ ਹੀ ਮੰਗਦੇ ਐ ਦਾਨ। ਬ੍ਰਹਮੰਡ ਖੰਡ ਜਿਨ ਸਿਰਜ ਦੀਨਾ। ਜਿਸ ਮਾਲਕ ਨੇ ਬ੍ਰਹਮੰਡ 9 ਖੰਡ ਬਣਾ ਦਿੱਤੇ ਐ, ਸਿਰਜਣਾ ਕੀਤੇ ਐ। ਇਹ ਸਿਮਰ ਹੋਏ ਸਭ ਕਸ਼ਟ ਸ਼ੀਨਾ। ਉਸ ਨੂੰ ਯਾਦ ਕੀਤਿਆਂ ਸਾਰੇ ਜਿਹੜੇ ਕਸ਼ਟ ਦੁੱਖ ਨਾਸ ਹੋ ਜਾਂਦੇ। ਉਸ ਨੂੰ ਸਿਮਰ ਜ਼ਿਮੀਂਦਾਰਾ। ਭਜ ਨਾਮ ਤਾਹੇ ਬਰਖਾ ਸਦਿਆ। ਤੂੰ ਉਸ ਪਰਮੇਸ਼ਰ ਦਾ ਨਾਮ ਸਿਮਰ, ਜਿਸ ਕਰਕੇ ਉਹ ਬਰਖਾ ਮੀਂਹ ਜਿਹੜਾ ਤੈਨੂੰ ਦੇ ਦਏਗਾ। ਅੰਨ ਟੋਟ ਅੰਨ ਸੁਖ ਸਾਰ ਲਿਆ। ਅੰਨ ਵੀ ਟੋਟੇ ਤੋਂ ਰਹਿਤ ਅਟੋਟੀ ਹੋ ਜਾਏਗਾ, ਜਿਸ ਕਰਕੇ ਸ੍ਰੇਸ਼ਟ ਸੁਖ ਲਓਗੇ ਸਾਰੇ ਤੁਸੀਂ। ਸੁਨ ਕ੍ਰਿਸ਼ਕਾਰ ਤਬ ਕਹਿਤ ਬੈਨ। ਸੁਣ ਕੇ ਉਹ ਜ਼ਿਮੀਂਦਾਰ ਤੇ ਐਵੇਂ ਬਚਨ ਕਹਿਣ ਲੱਗਾ, ਇਸ ਕੀ ਪਛਾਣ ਇਸ ਦੇਸ਼ ਹੈ ਨਾ। ਐ ਸੰਤ ਜੀ ਜਿਹੜੇ ਪਰਮੇਸ਼ਰ ਦੀ ਕਰਤਾਰ ਦੀ ਗੱਲ ਕਰਦੇ, ਉਹਦੀ ਪਛਾਣ ਤੇ ਸਾਡੇ ਇਲਾਕੇ ਵਿੱਚ ਤੇ ਹੈ ਹੀ ਨਹੀਂ ਕੋਈ। ਅਬ ਹੀ ਸਨਾਤਮ ਮੁਖ ਦੁਆਰ। ਆ ਤੇ ਹੁਣੇ ਹੁਣੇ ਤੁਹਾਡੇ ਮੁਖ ਦੁਆਰ ਤੋਂ ਸੁਣਿਆ ਹੈ ਜੀ। ਨਹਿ ਆਗਾ ਹਿਆ ਕਿ ਨਹ ਉਚਾਰ। ਇੱਥੇ ਪਹਿਲਾਂ ਬੜੇ ਸੰਤ ਆਉਂਦੇ ਰਹੇ, ਪਰ ਕਿਸੇ ਨੇ ਵੀ ਅੱਜ ਤੱਕ ਉਹ ਕਰਤਾਰ ਦੇ ਬਾਰੇ ਉਚਾਰ ਕੇ ਨਹੀਂ ਕਿਹਾ। ਇਹ ਮੁਖ ਦਿਖਾਓ ਨਿਜ ਨੈਣ ਦੇਖ। ਜਿਸ ਕਰਤਾਰ ਦੀ ਗੱਲ ਕਰਦੇ, ਉਸ ਕਰਤਾਰ ਦਾ ਸਾਨੂੰ ਵੀ ਮੁਖ ਦਿਖਾਓ ਜੀ, ਤੇ ਜਿਸ ਕਰਕੇ ਮੈਂ ਆਪਣੇ ਨੇਤਰਾਂ ਨਾਲ ਦੇਖ ਲਵਾਂ। ਸਿਮਰਨ ਕਰੋ ਨਿਸ ਦਿਨ ਵਿਸੇਖ। ਜਦੋਂ ਮੈਂ ਦੇਖ ਲਵਾਂਗਾ ਮੈਨੂੰ ਭਰੋਸਾ ਹੋ ਜਾਏਗਾ। ਰਾਤ ਦਿਨ ਵਿਸ਼ੇਸ਼ ਕਰਕੇ ਫਿਰ ਮੈਂ ਸਿਮਰਨ ਕਰਾਂਗਾ, ਯਾਦ ਕਰਾਂਗਾ ਉਸ ਕਰਤਾਰ ਨੂੰ। ਗੁਰ ਕਹਿ ਨਾ ਦੇਖਿਓ ਜਾਏ ਸੋਏ। ਗੁਰੂ ਕਹਿਣ ਲੱਗੇ, ਜ਼ਿਮੀਂਦਾਰਾ, ਉਹ ਪਰਮੇਸ਼ਰ ਨੂੰ ਇਸ ਤਰ੍ਹਾਂ ਸੌਖਾ ਨਹੀਂ ਵੇਖਿਆ ਜਾਂਦਾ। ਸਿਮਰਨ ਕਰੋ ਇਸ਼ ਪੂਰ ਹੋਏ। ਬਸ ਉਹਦਾ ਸਿਮਰਨ ਹੀ ਤੂੰ ਕਰ, ਯਾਦ ਹੀ ਕਰ, ਤੇਰੀ ਇੱਛਾ ਪੂਰੀ ਹੋ ਜਾਏਗੀ। ਕੁਦਰਤੀ ਸੰਗ ਜਾਣਿਆ ਸੋ ਜਾਏ। ਜਿਸ ਪਰਮੇਸ਼ਰ ਨੂੰ ਸਿਰਫ ਤੇ ਸਿਰਫ ਕੁਦਰਤ ਦੁਆਰਾ ਹੀ ਜਾਣਿਆ ਜਾਂਦਾ ਹੈ। ਨਹਿ ਆਪਨ ਆਪ ਕਿਸਹੁ ਲਖਾਏ। ਉਹ ਆਪਣੇ ਆਪ ਦਾ ਕਿਸੇ ਨੂੰ ਨਹੀਂ ਜਣਾਉਂਦਾ ਹੈ,
ਜਾਂ ਆਪਣੇ ਆਪ ਕਿਸੇ ਤਰ੍ਹਾਂ ਵੀ ਉਹਨੂੰ ਜਾਣਿਆ ਨਹੀਂ ਜਾਂਦਾ। ਨਾਰ ਕਹਿ ਜੇ ਦੇਖਿਓ ਨਿਜ ਨਾਨੈਨਾ। ਇਹ ਮਨੁੱਖ ਕਹਿਣ ਲੱਗਾ ਜ਼ਿਮੀਦਾਰ ਵੀ ਜੇ ਮੈਂ ਆਪਣੀ ਅੱਖਾਂ ਨਾਲ ਨਹੀਂ ਦੇਖਾਂਗਾ ਕਿਸ ਪਾਸ ਕਹਾਂ ਜਾਚਨ ਸੋ ਬੈਨ। ਫਿਰ ਸੰਤ ਜੀ ਮੈਂ ਕਿਸ ਪਾਸ ਮੰਗਣ ਵਾਸਤੇ ਜਿਹੜਾ ਕਹਾਂਗਾ, ਕਿਹਨੂੰ ਕਹਾਂਗਾ ਵੀ ਮੈਨੂੰ ਤੂੰ ਦੇ ਦੇ। ਜਾਨਾ ਨਾ ਕੁਦਰਤੀ ਕੌਣ ਹੋਏ। ਫਿਰ ਜਿਹੜੀ ਤੁਸੀਂ ਕੁਦਰਤ ਦੀ ਗੱਲ ਕੀਤੀ, ਉਹ ਕੁਦਰਤ ਵੀ ਕੌਣ ਹੈ ਮੈਂ ਨਹੀਂ ਜਾਣਦਾ। ਕੁਛ ਪਤਾ ਦੇਹੋ ਹਾਂ ਲਖਿਵ ਸੋਏ। ਵੀ ਕੁਝ ਨਾ ਕੁਝ ਤੇ ਉਹ ਕੁਦਰਤ ਦਾ ਪਤਾ ਦਿਓ ਜਿਸ ਕਰਕੇ ਮੈਂ ਜਾਣਾ। ਤੂੰ ਜਾਏ ਧਾਮ ਲਾਂਗਲ ਜੇ ਆਨਾ। ਮਹਾਰਾਜ ਕਹਿਣ ਲੱਗੇ ਵੀ ਜੇ ਤੂੰ ਜਾਣਨਾ ਚਾਹੁੰਦਾ ਨਾ ਕੁਦਰਤ ਬਾਰੇ ਤੇ ਜਾ ਆਪਣੇ ਘਰ ਚਲਿਆ ਜਾ ਤੇ ਉਥੋਂ ਹਲ ਲਿਆ। ਅਬ ਬਾਹੋ ਬੋਵ ਛਿਤ ਬੈਨ ਮਾਨ। ਸਾਡਾ ਬਚਨ ਮੰਨ ਕੇ ਆ ਖੇਤ ਨੂੰ ਵਾਹ ਤੇ ਵਿੱਚ ਬੀਜ ਨੂੰ ਬੀਜ ਦੇ। ਜਬ ਉਗਿਆ ਖੇਤ ਪੁਨ ਪੱਕ ਜਾਏ। ਜਦੋਂ ਉਹ ਬੀਜ ਉੱਗੇਗਾ ਤੇ ਫਿਰ ਤੇਰਾ ਖੇਤ ਪੱਕ ਜਾਏਗਾ। ਤਬ ਲਖੋ ਕੁਦਰਤੀ ਹੋਏ ਕਾਏ। ਤਦ ਤੂੰ ਜਾਣੇਗਾ ਵੀ ਕੁਦਰਤ ਨਾਮ ਦੀ ਕੋਈ ਚੀਜ਼ ਹੈ ਮੌਜੂਦ। ਸੁਣ ਗਇਓ ਸਦਨ ਗੁਰ ਬਚਨ ਮਾਨ। ਸੁਣ ਕਰਕੇ ਜ਼ਿਮੀਦਾਰ ਗੁਰੂ ਦਾ ਬਚਨ ਮੰਨ ਕੇ ਤੇ ਘਰ ਨੂੰ ਚਲਾ ਗਿਆ। ਪੁਨ ਨਰਨ ਨਿਕਟ ਕੀਨੋ ਬਖਾਨਾ। ਫਿਰ ਜਿਹੜੇ ਉੱਥੋਂ ਦੇ ਪੁਰਸ਼ ਸਨ, ਲੋਕ ਜਿਹੜੇ ਸੰਗੀ ਸਾਥੀ, ਉਹਨਾਂ ਕੋਲ ਜਾ ਕੇ ਨੇ ਕਿਹਾ ਹੈ ਸਾਧ ਵਹਿਰ ਮਮ ਖੇਤ ਪਾਸ। ਕਹਿਣ ਲੱਗਾ ਲੋਕੋ ਮੇਰੇ ਖੇਤ ਦੇ ਬਾਰ-ਬਾਰ ਮੇਰੇ ਖੇਤ ਦੇ ਕੋਲ ਇੱਕ ਸਾਧੂ ਸੰਤ ਮਹਾਨ ਆ ਬੈਠੇ ਐ। ਤਿਨ ਕਹੇ ਬਚਨ ਇਹ ਬਿਦ ਪ੍ਰਕਾਸ਼। ਉਹਨਾਂ ਨੇ ਆਪਣੇ ਬਚਨ ਇਸ ਤਰ੍ਹਾਂ ਪ੍ਰਗਟ ਕਰਕੇ ਕਿਹਾ ਹੈ ਵੀ ਤੂੰ ਖੇਤੀ ਨੂੰ ਵਾਹ ਕੇ ਤੇ ਬੀਜ ਦੇ ਖੇਤੀ ਤੇਰੀ ਹੋ ਜਾਏਗੀ। ਪ੍ਰਥਮੇ ਸਿਮਰੋ ਕਰਤਾਰ ਨਾਮ। ਹਰ ਪਹਿਲਾਂ ਜਦੋਂ ਖੇਤੀ ਬੀਜਣੀ ਹੈ ਪਰਮੇਸ਼ਰ ਦਾ ਨਾਮ ਉਹਦਾ ਸਿਮਰਨ ਕਰਨਾ ਹੈ। ਬਨ ਬੋਏ ਖੇਤ ਹੋਏ ਸਿੱਧ ਕਾਮ। ਫਿਰ ਤੂੰ ਬੀਜ ਨੂੰ ਖੇਤ ਵਿੱਚ ਬੀਜਣਾ ਹੈ, ਤੇਰਾ ਕੰਮ ਸਿੱਧ ਹੋ ਜਾਏਗਾ, ਪੂਰਾ ਹੋ ਜਾਏਗਾ। ਸੁਨ ਨਰਨ ਕਾਨ ਸਭ ਹਾਸ ਕੀਨਾ। ਜਦੋਂ ਇਹ ਜ਼ਿਮੀਂਦਾਰ ਨੇ ਜਾ ਕੇ ਲੋਕਾਂ ਨੂੰ ਕਿਹਾ ਹੈ ਤੇ ਲੋਕਾਂ ਨੇ ਇਹ ਕੁਝ ਸੁਣ ਕੇ ਕੰਨਾਂ ਵਿੱਚ ਸਾਰਿਆਂ ਨੇ ਹਾਸਾ ਜਿਹਾ ਕੀਤਾ, ਗੁਮਖੌਲ ਕੀਤਾ ਉਹਨੂੰ। ਮਨ ਜਾਣ ਤਾਹੇ ਕੋ ਬੁੱਧਹੀਨਾ। ਮਨ ਵਿੱਚ ਇਹ ਜਾਣ ਗਏ ਵੀ ਆ ਜਿਹੜਾ ਸਾਡੇ ਪਿੰਡ ਦਾ ਜ਼ਿਮੀਂਦਾਰ ਇਹ ਬੁੱਧੀ ਤੋਂ ਹੀਣਾ ਹੋ ਗਿਆ, ਅਗਲ ਮਤ ਮਾਰੀ ਗਈ ਲੱਗਦਾ ਇਹਦੀ। ਬਿਨ ਮੇਹੋ ਖੇਤ ਕਿਸ ਰੀਤ ਹੋਏ। ਉਹ ਕਹਿਣ ਲੱਗੇ ਉਹ ਸੁਣ, ਬਿਨਾ ਮੀਂਹ ਤੋਂ ਬਾਰਿਸ਼ ਤੋਂ ਖੇਤੀ ਵੀ ਕਿਸ ਰੀਤੀ ਨਾਲ ਹੋ ਜਾਏਗੀ। ਤੋ ਜਾਏ ਬੀਜ ਘਰ ਪੂਰ ਸੋਏ। ਨਹੀਂ ਤੇਰਾ ਕੋਈ ਬਚਨ ਮੰਨਣਾ ਵੀ ਕਿਹੜਾ ਸਾਧ ਆਇਆ ਹੈ, ਜਾ ਤੂੰ ਜਾ ਕੇ ਬੀਜ ਲਾ, ਘਰ ਆਪਣਾ ਭਰ ਲਾ ਦਾਣਿਆਂ ਨਾਲ। ਸੁਨ ਬੈਨ ਤਿਨਾ ਕੇ ਯੁਕਤ ਹਾਸ। ਉਹਨਾਂ ਦੇ ਹਾਸੇ ਦੇ ਸਹਿਤ ਇਹ ਜਿਹੜੇ ਲੋਕਾਂ ਦੇ ਬਚਨ ਸੁਣ ਕੇ ਉਹ ਜ਼ਿਮੀਂਦਾਰ ਵਿਚਾਰਾ ਗੁਰ ਢਿਗ ਆਇਓ ਹਾਂ ਕਰ ਉਦਾਸ। ਹੋ ਕਰ ਉਦਾਸ, ਉਪਰਾਮ ਜਿਹਾ ਹੋ ਕਰਕੇ ਜਿੱਥੇ ਗੁਰੂ ਸਾਹਿਬ ਜੀ ਖੇਤ ਪਾਸ ਬੈਠੇ ਸੀ ਉੱਥੇ ਆ ਗਿਆ। ਬਾਜ ਕਾਹੇ ਹਸੀ ਮੁਝ ਮਨ ਜਸਕੀਨਾ। ਕਹਿਣ ਲੱਗਾ ਮਹਾਰਾਜ ਵੀ ਕੀ ਕਿਸੇ ਨੂੰ ਕਹਿਣਾ ਹੈ। ਆ ਤੇ ਉਹ ਮਨੁੱਖ ਜਿਹੜੇ ਮੇਰੇ ਉੱਪਰ ਉਹਨਾਂ ਹਾਸੀ ਕੀਤੀ, ਮਖੌਲ ਕੀਤਾ ਜਦੋਂ ਮੈਂ ਕਿਹਾ ਉਹਨਾਂ ਨੂੰ। ਸਭ ਜਾਣੈ ਮਨ ਮੈਂ ਬੁੱਧਹੀਨਾ। ਸਾਰਿਆਂ ਨੇ ਮੈਨੂੰ ਜਾਣਿਆ ਮਨ ਵਿੱਚ ਵੀ ਇਹ ਬੁੱਧੀ ਤੋਂ ਹੀਣਾ ਹੋ ਗਿਆ, ਅਕਲ ਨਹੀਂ ਰਹਿ ਗਈ ਇਹਨੂੰ। ਬਰਖਾ ਬਿਨ ਕੈਸੇ ਖੇਤ ਹੋਏ। ਉਹ ਕਹਿੰਦੇ ਵੀ ਮੀਂਹ ਤੋਂ ਬਿਨਾਂ ਵੀ ਕਿਸ ਤਰ੍ਹਾਂ ਖੇਤੀ ਹੋ ਜਾਏਗੀ। ਇਹ ਜਾਣਤ ਹੈ ਸਭ ਥਾਨ ਲੋਏ। ਮਹਾਰਾਜ ਸੰਤ ਜੀ ਸਾਰੇ ਸਾਡੇ ਇਲਾਕੇ ਵਾਲੇ ਥਾਂ ਵਿੱਚ ਜਾਂ ਸਾਰੀ ਜਗ੍ਹਾ ਵਿੱਚ ਲੋਕ ਜਾਣਦੇ ਵੀ ਮੀਂਹ ਤੋਂ ਪਾਣੀ ਤੋਂ ਬਿਨਾਂ, ਬਾਰਿਸ਼ ਤੋਂ ਬਿਨਾਂ ਖੇਤੀ ਨਹੀਂ ਹੁੰਦੀ। ਸੁਨ ਕਹਿ ਗੁਰੂ ਤੋਂ ਬੀਜ ਆਨਾ। ਮਹਾਰਾਜ ਕਹਿਣ ਲੱਗੇ ਵੀ ਤੂੰ ਲੋਕਾਂ ਨੂੰ ਛੱਡ ਤੇ ਜਿਹੜਾ ਤੂੰ ਬੀਜ ਆ ਨਾ ਉਹਨੂੰ ਲੈ ਕੇ ਆ। ਨਹਿ ਉੱਗਾ ਖੇਤ ਹਮ ਹੈ ਜਮਾਨਾ। ਜੇ ਤੇਰਾ ਬੀਜਿਆ ਹੋਇਆ ਬੀਜ ਨਾ ਉੱਗੇ ਖੇਤ ਵਿੱਚ,
ਅਸੀਂ ਜ਼ਿੰਮੇਵਾਰ ਅਸੀਂ ਜਾਮਣ ਹਾਂ ਵਿੱਚ। ਜੇ ਬੀਜ ਬੋਏ ਜਾਵੇ ਅਕਾਥ, ਜੇ ਬੀਜਿਆ ਹੋਇਆ ਬੀਜ ਤੇਰਾ ਐਵੇਂ ਨਿਸਫਲ ਹੀ ਚਲਿਆ ਜਾਏ। ਹਮ ਦੇਵਹਿ ਤੇ ਤੋਹੇ ਹਾਥ, ਅਸੀਂ ਤੇਰੇ ਨਾਲ ਬਚਨ ਕਰਦੇ ਵੀ ਉਹਨਾਂ ਤੇਰਾ ਬੀਜ ਜਿਹੜਾ ਹੈ ਉਹ ਤੇਰੇ ਹੱਥਾਂ ਵਿੱਚ ਦੇ ਦਿਆਂਗੇ ਪੂਰੇ ਦਾ ਪੂਰਾ। ਸੁਨ ਭਾਈ ਧੀਰ ਲਾਂਗਲ ਲਿਆਏ, ਸੁਣ ਕੇ ਸਤਿਗੁਰ ਜੀ ਦੇ ਬਚਨ ਨੂੰ ਧੀਰਜ ਹੋਈ ਹੈ ਤੇ ਇਹਨੇ ਹੱਲ ਲਿਆਂਦਾ ਹੈ। ਪੁਨ ਹਾਥ ਬੰਦ ਲੀਨੀ ਰਜਾਏ, ਫਿਰ ਦੋਵੇਂ ਹੱਥ ਜੋੜ ਕੇ ਤੇ ਮਹਾਰਾਜ ਜੀ ਦੀ ਆਗਿਆ ਲੈਣਾ ਕੀਤੀ ਹੈ। ਕਰਤਾਰ ਸਿਮਰ ਕੈ ਭੂਮ ਵਾਹੇ, ਵਾਹਿਗੁਰੂ ਵਾਹਿਗੁਰੂ ਸਿਮਰ ਕੇ ਇਹਨੇ ਜਿਹੜਾ ਖੇਤ ਨੂੰ ਵਾ ਦਿੱਤਾ ਹੈ। ਗੋ ਧੂਮ ਬੀਜ ਦੀਨੀ ਸੋ ਤਾਹੇ, ਉਸ ਖੇਤ ਦੇ ਵਿੱਚ ਜਿਹੜੀ ਕਣਕ ਹੈ ਉਹ ਬੀਜ ਦਿੱਤੀ ਹੈ। ਗੁਰ ਚਰਨ ਬੰਦ ਕਰ ਬੈਸ ਆਨਾ, ਫਿਰ ਖੇਤ ਨੂੰ ਬੀਜ ਕੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਣ ਬੈਠਾ ਜ਼ਿਮੀਂਦਾਰ। ਔਰ ਕੀਨੀ ਸਰਦਾ ਨਹਿ ਡੁਲਾਨਾ, ਹਿਰਦੇ ਵਿੱਚ ਸ਼ਰਧਾ ਬੜੀ ਪੱਕੀ ਕੀਤੀ ਹੈ, ਮਨ ਨੂੰ ਇਹਨੇ ਡੁਲਾਇਆ ਨਹੀਂਗਾ। ਨਿਸ ਗਇਓ ਧਾਮ ਪੁਨ ਭਾਈ ਭੋਰ, ਜਦੋਂ ਨਿਸ ਗਇਓ ਧਾਮ, ਰਾਤ ਜਿਹੜੀ ਚਲੀ ਗਈ, ਰਾਤ ਹੋਈ ਘਰ ਚਲਿਆ ਗਿਆ, ਸਵੇਰ ਹੋ ਆਈ ਹੈ। ਚੱਲ ਆਏ ਦੇਖਿਓ ਖੇਤ ਹੋਰ, ਚੱਲ ਕੇ ਬਾਹਰ ਆ ਗਿਆ ਤੇ ਇਹਨੇ ਆਪਣੀ ਖੇਤ ਦੀ ਤਰਫ ਦੇਖਿਆ ਜਦੋਂ, ਸਬਜੀ ਸੋ ਲਖੀ ਤਬ ਨੌ ਬਹਾਰ, ਉਹ ਖੇਤ ਵਿੱਚ ਵੇਖਿਆ ਵੀ ਕੀ ਵੇਂਦਾ ਵੀ ਸਾਰੀ ਜਿਹੜੀ ਖੇਤੀ ਹੈ ਉਹ ਹਰਿਆਲੀ ਹੋਈ ਹੈ, ਹਰੀ ਭਰੀ ਹੋਈ ਪਈ ਹੈ। ਤਦੋਂ 9 ਬਹਾਰ ਖੇਤੀ ਫੁੱਟੀ ਹੋਈ ਹੈ। ਜਨ ਬਹੁਤ ਦਿਵਸ ਕੀ ਇਹ ਸਬਾਰ, ਮਾਨੋ ਖੇਤੀ ਦੇ ਇਸ ਤਰ੍ਹਾਂ ਜਿਵੇਂ ਬਹੁਤ ਦਿਨਾਂ ਦੀ ਜਲ ਦੇ ਸਹਿਤ ਸਿੰਜੀ ਹੋਏ, ਜਿਵੇਂ ਬੜੇ ਦਿਨਾਂ ਦਾ ਬੀਜ ਬੀਜਿਆ ਹੋਏ। ਕਰ ਹਰਖ ਬੰਦ ਗੁਰ ਚਰਨ ਰੇਨਾ, ਹਿਰਦੇ ਵਿੱਚ ਬੜੀ ਖੁਸ਼ੀ ਕਰਕੇ ਵੀ ਕੱਲ ਹੀ ਬੀਜ ਦਿੱਤਾ, ਅੱਜ ਖੇਤੀ ਜਿਹੜੀ ਫੁੱਟ ਪਈ ਹੈ ਤੇ ਗੁਰੂ ਜੀ ਦੇ ਚਰਨਾਂ ਦੀ ਧੂੜੀ ਲੈ ਕੇ ਮੱਥਾ ਟੇਕ ਕੇ, ਸਰਦਾ ਸੋ ਬਦੀ ਜੋ ਮੋਖ ਦੇਨਾ, ਮੁਕਤੀ ਦੇਣ ਵਾਲੇ ਸਤਿਗੁਰ ਜੀ ਦੇ ਵਿੱਚ ਇਹਦੀ ਜ਼ਿਮੀਂਦਾਰ ਦੀ ਬਹੁਤ ਹੀ ਸ਼ਰਧਾ ਵਧੀ ਹੈ। ਗੁਰ ਨਰਨ ਸੁਨੇ ਆਚਰਜ ਮਾਨਾ, ਇੱਧਰੋਂ ਜਿਹੜੇ ਲੋਕ ਮਖੌਲ ਕਰਦੇ ਸੀ ਨਗਰ ਦੇ, ਜਦੋਂ ਉਹਨਾਂ ਨੇ ਬਚਨ ਸੁਣੇ ਬੜਾ ਆਸ਼ਚਰਜ ਮੰਨਿਆ ਹੈ। ਸਭ ਧਾਏ ਹੀ ਰਹਿ ਸਾਚ ਜਾਨਾ, ਵੀ ਇਹ ਕਹਿੰਦਾ ਵੀ ਇੱਕ ਦਿਨ ਚ ਬੀਜ ਉੱਗ ਗਏ, ਖੇਤੀ ਹੋ ਗਈ, ਵੀ ਸੱਚ ਕਹਿ ਰਿਹਾ ਹੈ। ਇਵੇਂ ਸੱਚ ਜਾਣ ਕੇ ਸਾਰੇ ਦੌੜੇ ਤੇ ਆਣ ਦੇਖਦੇ ਐ। ਅਸ ਜਾਨ ਅਜ਼ਮਤੀ ਔਰ ਪਮਾਨ, ਉਹ ਪੁਰਸ਼ ਹਿਰਦੇ ਵਿੱਚ ਇਸ ਤਰ੍ਹਾਂ ਜਾਣਦੇ ਵੀ ਇਹ ਜੋ ਸੰਤ ਆਏ ਨਾ ਬੜੇ ਅਜ਼ਮਤੀ ਹੈ, ਬੜੇ ਕਰਾਮਾਤੀ ਕਲਾ ਵਾਲੇ ਹਨ। ਗੁਰ ਤੀਰ ਪਹੁੰਚੇ ਸਿਦਕ ਠਾਨ, ਫੇਰ ਤੇ ਪੱਕਾ ਸਿਦਕ ਧਾਰ ਕਰਕੇ ਜਿੱਥੇ ਗੁਰੂ ਸਾਹਿਬ ਜੀ ਬਿਰਾਜਮਾਨ ਉੱਥੇ ਜਾ ਪਹੁੰਚੇ। ਕਰ ਬੰਦਨਾ ਸੋ ਧਰ ਭੇਟ ਸੋਏ, ਹੱਥ ਜੋੜ ਜੋੜ ਕੇ ਭੇਟਾ ਰੱਖ ਰੱਖ ਕੇ ਮੱਥਾ ਟੇਕਦੇ ਐ ਸਾਰੇ। ਵਿਦ ਬੂਝਹੀ ਜਿਵ ਅੰਨ ਹੋਏ, ਮਹਾਰਾਜ ਜੀ ਪਾਸੋਂ ਵਿਧੀ ਢੰਗ ਤਰੀਕਾ ਪੁੱਛਦੇ ਵੀ ਜਿਸ ਤਰ੍ਹਾਂ ਮਹਾਰਾਜ ਅੰਨ ਹੋਏ। ਗੁਰ ਕੀਨ ਦਇਆ ਦੀਨੀ ਰਜਾਏ, ਗੁਰੂ ਜੀ ਨੇ ਵੀ ਇਹਨਾਂ ਦਾ ਮਖੌਲ ਕੀਤਾ ਹੋਇਆ ਨਹੀਂ ਵਿਚਾਰਿਆ, ਸਗੋਂ ਦਇਆ ਹੀ ਕੀਤੀ ਹੈ ਤੇ ਆਗਿਆ ਦਿੱਤੀ ਹੈ। ਕਰਤਾਰ ਨਾਮ ਰਸਨਾ ਧਿਆਏ, ਮਹਾਰਾਜ ਕਹਿੰਦੇ ਵੀ ਸੁਣ ਲਓ ਜੋ ਵਾਹਿਗੁਰੂ ਦਾ ਨਾਮ ਹੈ ਉਹਨੂੰ ਰਸਨਾ ਨਾਲ ਧਿਆਨ ਕਰਕੇ। ਟੋਟਕ ਛੰਦ ਕ੍ਰਿਸ਼ ਕਾਰਜ ਕੋ ਕਰ ਸੋ ਕਰੀਏ, ਖੇਤੀ ਜਿਹੜਾ ਕੰਮ ਹੈ ਉਹ ਹੱਥਾਂ ਨਾਲ ਕਰੀਏ, ਰਸਨਾ ਨਾਲ ਨਾਮ ਜਪਣਾ ਕਰੀਏ। ਹਰ ਨਾਮ ਉਚਾਰ ਹਿਰਦੈ ਧਰੀਏ, ਵਾਹਿਗੁਰੂ ਜਿਹੜਾ ਨਾਮ ਹੈ ਹਿਰਦੇ ਵਿੱਚ ਉਚਾਰਨਾ ਕਰਕੇ ਵਾਹਿਗੁਰੂ ਦਾ ਨਾਮ ਉਚਾਰਨਾ ਕਰੀਏ ਤੇ ਹਿਰਦੇ ਵਿੱਚ ਧਾਰੀਏ। ਬਰਖਾ ਹਿਤ ਜਾਚਹ ਬੰਦ ਕਰੰ, ਫਿਰ ਤੁਸੀਂ ਚਾਹੋ ਵੀ ਮੀਂਹ ਪੈ ਜਾਏ, ਇਸ ਕਰਕੇ ਮੀਂਹ ਵਾਸਤੇ ਦੋਵੇਂ ਹੱਥ ਜੋੜ ਕੇ ਮੰਗਣਾ ਕਰੋ ਪਰਮੇਸ਼ਰ ਪਾਸੋਂ। ਬਹੁ ਨੀਰ ਪਰੈ ਹੋਏ ਖੇਤ ਧਰੰ, ਜਦੋਂ ਇਸ ਤਰ੍ਹਾਂ ਕਰੋਗੇ ਨਾਮ ਦੀ ਕਮਾਈ ਨਾਲ ਬਹੁਤਾ ਮੀਂਹ ਪਏਗਾ, ਧਰਤੀ ਉੱਪਰ ਖੇਤ ਹਰੇ ਭਰੇ ਹੋ ਜਾਣਗੇ। ਘਰ ਆਇਸ ਸੀਸ ਚੱਲੇ ਸਭ ਹੀ, ਸਾਰੇ ਜਿਹੜੇ ਗੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਆਪਣੇ ਸਿਰ ਰੱਖ ਰੱਖ ਕੇ ਬਾਅਦ ਵਿੱਚ ਚੱਲੇ ਐ। ਪਰ ਬੀਜ ਬੋਇਓ ਹਲ
ਫਲ ਤੇ ਤਬਹੀ। ਸ੍ਰੇਸ਼ਟ ਜਿਹੜਾ ਕਣਕ ਦਾ ਬੀਜ ਬੀਜ ਦਿੱਤਾ ਹੈ ਤੇ ਹਲ ਦੇ ਨਾਲ ਵਾ ਦਿੱਤਾ ਖੇਤ ਨੂੰ। ਹਲ ਖੇਤ ਉੱਗੇ ਹਰਿਆਵਲ ਸਾਂ। ਗੁਰੂ ਸਾਹਿਬ ਜੀ ਦੇ ਬਚਨ ਸੀ ਵੀ ਚੰਗਾ ਖੇਤ ਹੋਏਗਾ, ਜਿਸ ਕਰਕੇ ਚੰਗੇ ਖੇਤ ਉੱਗੇ ਹੈ ਹਰਿਆਲੀ ਦੇ ਸਹਿਤ। ਪੁਰ ਸੋਕ ਨਸਿਓ ਸਰਬ ਤਾਵਲ ਸਾਂ। ਸਰਬ ਉਤਾਵਲ, ਇੱਥੇ ਜਿਹੜਾ ਔਂਕੜ ਵਿੱਚ ਊੜਾ ਨਿਕਲ ਆਉਣਾ ਵੀ ਬੜੀ ਛੇਤੀ ਨਾਲ ਹੀ ਇਹ ਪੂਰੀ ਦੇ ਨਗਰ ਦੇ ਲੋਕਾਂ ਦਾ ਸੋਗ ਗਮ ਨਾਸ ਹੋ ਗਿਆ ਹੈ। ਸਮਰੱਥ ਬੜੋ ਕਹਿ ਸੰਤ ਭਲੋ। ਕਹਿੰਦੇ ਆ ਵੀ ਸੰਤ ਇਹ ਬੜੇ ਚੰਗੇ ਆ, ਵੀ ਬੜੇ ਤਾਕਤ ਵਾਲੇ ਹਨ। ਇਸ ਆਇਸ ਕੇ ਅਨੁਸਾਰ ਚੱਲੋ। ਹੁਣ ਰਾਜੇ ਦੀ ਜਿਹੜੀ ਆਗਿਆ ਛੱਡ ਦੋ, ਇਹਨਾਂ ਸੰਤਾਂ ਦੀ ਆਗਿਆ ਦੇ ਅਨੁਸਾਰੀ ਹੋ ਕੇ ਚੱਲੋ ਸਾਰੇ। ਬਰਖਾ ਬਿਦ ਬੂਜਨ ਕੀਨ ਜਬ। ਜਦੋਂ ਇਹਨਾਂ ਨੇ ਮੀਂਹ ਪੈਣ ਦੀ ਵਰਖਾ ਪੈਣ ਦੀ ਵਿਧੀ ਪੁੱਛੀ ਹੈ, ਗੁਰ ਨਾਨਕ ਵਾਕ ਉਚਾਰਤ ਬੈ। ਗੁਰੂ ਸਾਹਿਬ ਜੀ ਨੇ ਉਸ ਵੇਲੇ ਉਹ ਬਚਨ ਉਚਾਰ ਕੇ ਕਹੇ, ਬਿਦ ਸੰਗ ਤੇ ਹਾਵਲ ਕੋ ਕਰੀਏ। ਮਹਾਰਾਜ ਕਹਿੰਦੇ ਵੀ ਜੇ ਮੀਂਹ ਪਵਣਾ ਹੈ ਨਾ, ਫਿਰ ਵੀ ਤੁਸੀਂ ਵਿਧੀ ਨਾਲ ਢੰਗ ਤਰੀਕੇ ਭਾਵ ਮਰਿਆਦਾ ਨਾਲ 3 ਮੇਲ ਦਾ ਕੜਾਹ ਪ੍ਰਸ਼ਾਦ ਪਹਿਲਾਂ ਤਿਆਰ ਕਰੀਏ। ਸਤਿਨਾਮ ਗੁਰੂ ਹਿਰਦੈ ਧਰਿਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਇਹ ਹਿਰਦੇ ਵਿੱਚ ਨਾਮ ਧਾਰਨ ਕਰੀਏ ਜੀ। ਸਭ ਸੰਗਤ ਕੋ ਇੱਕ ਥਾਏ ਜਬੈ। ਜਦੋਂ ਸਾਰੀ ਸੰਗਤ ਇੱਕ ਥਾਂ ਤੇ ਹੋ ਜਾਏਗੀ ਇਕੱਠਿਆਂ, ਕਰ ਬੰਦ ਕਰੋ ਅਰਦਾਸ ਤਵੈ। ਉਸ ਵੇਲੇ ਜਿਹੜੇ ਹੱਥ ਹੈ ਉਹਨਾਂ ਨੂੰ ਜੋੜ ਕਰਕੇ ਤੇ ਮਹਾਰਾਜ ਕਹਿੰਦੇ ਅਰਦਾਸ ਕਰੋ ਖੜਿਆਂ ਹੋ ਕੇ। ਬਰਖਾ ਪੁਨ ਜਾਚਹ ਦੀਨ ਮਨੰ। ਫਿਰ ਜਿਹੜਾ ਮੀਂਹ ਹੈ ਨਾ ਉਹ ਤੁਸੀਂ ਮੰਗੋ ਮਨਾਂ ਵਿੱਚ ਦੀਨ ਨਿਮਾਣੇ ਹੋ ਕੇ। ਬਹੁ ਨੀਰ ਪਰਾ ਹੋਏ ਖੇਤ ਅਨੰ। ਜਦੋਂ ਇਸ ਤਰ੍ਹਾਂ ਅਰਦਾਸ ਬੇਨਤੀ ਕਰੋਗੇ ਤੇ ਬਹੁਤਾ ਮੀਂਹ ਪਏਗਾ, ਜਿਸ ਕਰਕੇ ਅੰਨ ਖੇਤ ਵੀ ਬਹੁਤ ਹੋਣਗੇ। ਸੋਨ ਸੋ ਬਿਦ ਕੀਨ ਮਿਲੇ ਤਬਹੀ। ਸੋਣ ਕਰਕੇ ਇਹ ਉਸ ਵੇਲੇ ਮਿਲੇ ਹੈ ਤੇ ਉਹੀ ਵਿਧੀ ਕੀਤੀ ਹੈ। ਕਰਤਾਰ ਹੈ ਨਾਮ ਜਪੈ ਸਭਹੀ। ਵਾਹਿਗੁਰੂ ਵਾਹਿਗੁਰੂ ਨਾਮ ਸਾਰਿਆਂ ਨੇ ਜਪਿਆ ਹੈ। ਅਰਦਾਸ ਤਿਹਾਵਲ ਕੀ ਕਰ ਕੈ। ਜਦੋਂ ਬਹੁਤ ਹੀ ਸੰਗਤ ਇਕੱਠੀ ਜੀ ਹੋ ਗਈ ਹੈ, ਕੜਾ ਪ੍ਰਸ਼ਾਦ ਦੀ ਦੇ ਕਰਕੇ ਅਰਦਾਸ ਕੀਤੀ ਹੈ ਖੜਿਆ ਹੋ ਕੇ। ਪੁਨ ਸੀਸਨ ਕੋ ਧਰਨੀ ਧਰਕੈ। ਫਿਰ ਜਦੋਂ ਸਿਰ ਧਰਤੀ ਉੱਪਰ ਰੱਖ ਕੇ ਇਹ ਕਿਹਾ ਵੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬਰਖਾ ਬਹੁ ਜਾਚਨ ਕੀਨ ਸਬੈ। ਸਾਰਿਆਂ ਨੇ ਹੀ ਕਿਹਾ ਹੈ ਪਰਮੇਸ਼ਰ ਬਹੁਤਾ ਮੀਂਹ ਪਵੇ, ਇਹ ਮੀਂਹ ਮੰਗਿਆ ਬਹੁਤਾ। ਘਨ ਘੋਰ ਉਠੇ ਘਨ ਘੋਰ ਤਬੈ। ਉਸ ਵੇਲੇ ਕਹਿੰਦੇ ਵੀ ਭਿਆਨਕ ਸ਼ਬਦ ਕਰਦੇ ਹੋਏ ਗਾੜੇ ਬੱਦਲ ਉੱਠੇ ਹੈ, ਜਾਂ ਵੀ ਆਕਾਸ਼ ਵਿੱਚ ਬੱਦਲ ਭਾਰੀ ਉੱਠੇ ਸ਼ਬਦ ਆਵਾਜ਼ਾਂ ਕਰਦੇ ਹੋਏ। ਤਿਹ ਕਾਲ ਸੋ ਬਾਸ਼ਤ ਨੀਰ ਪਰਿਓ। ਉਸ ਸਮੇਂ ਜਿਹੜਾ ਮਨ ਭਾਉਂਦਾ ਹੀ ਮੀਂਹ ਪੈ ਗਿਆ। ਸਭ ਦੇਸ਼ਦ ਕਾਲ ਆਤੰਕ ਹਰਿਓ। ਸਾਰੇ ਇਲਾਕੇ ਵਿੱਚ ਜਿਹੜਾ ਵੀ ਅੰਨ ਦਾ ਟੋਟਾ ਨਾ ਪੈ ਜਾਏ, ਖੋਟਾ ਕਾਲ ਨਾ ਪੈ ਜਾਏ, ਇਹ ਸਮਾਂ ਨਾ ਬਣਨਾ, ਇਹ ਡਰ ਜਿਹੜਾ ਨਾਸ ਹੋ ਗਿਆ ਸਾਰੇ ਇਲਾਕੇ ਦਾ। ਸੁਨ ਕੈ ਮਹਿਮਾ ਮਹਿਪਾਲਕ ਸੋ। ਇੱਧਰ ਰਾਜਾ ਜਿਹੜਾ ਸੀ ਉਹ ਗੁਰੂ ਸਾਹਿਬ ਜੀ ਦੀ ਮਹਿਮਾ ਵਡਿਆਈ ਸੁਣ ਕੇ ਕਰ ਆਵਨ ਤਾਤ ਕਾਲਕ ਸੋ। ਬੜੀ ਛੇਤੀ ਨਾਲ ਹੀ ਉਹਨੇ ਗੁਰੂ ਸਾਹਿਬ ਜੀ ਦੇ ਪਾਸ ਆਉਣਾ ਕੀਤਾ। ਬਹੁ ਭੇਟ ਲਾਏ ਭਟ ਭੀਰ ਬੜੀ। ਬਹੁਤੀਆਂ ਭੇਟਾਂ ਨੂੰ ਲਿਆ ਹੈ, ਬਹੁਤੇ ਸੂਰਮਿਆਂ ਦੀ ਭੀੜ ਲੈ ਲਈ ਨਾਲ। ਸ਼ਰਦਾ ਔਰ ਆਨ ਵਧੀਕ ਗੜੀ। ਉਹਦੇ ਹਿਰਦੇ ਵਿੱਚ ਜਿਹੜੀ ਸ਼ਰਧਾ ਆਣ ਕੇ ਤੇ ਬਹੁਤ ਹੀ ਜਿਹੜੀ ਗੱਡੀ ਗਈ ਹੈ, ਵੱਧ ਗਈ ਹੈ। ਕਰਨਾ ਕਰ ਰਾਜਤ ਥਾਏ ਜਹਾਂ। ਜਿੱਥੇ ਕਿਰਪਾ ਦੀ ਖਾਨ ਸਤਿਗੁਰੂ ਜੀ ਜਿਸ ਥਾਂ ਤੇ ਬਿਰਾਜ ਰਹੇ ਸੀ, ਪਹੁੰਚਿਓ ਚਿਤ ਚਾਹੇ ਕਰੰਤ ਤਹਾਂ। ਉੱਥੇ ਚਿੱਤ ਵਿੱਚ ਇੱਛਾ ਕਰਦਾ ਹੋਇਆ ਰਾਜਾ ਆ ਪਹੁੰਚਿਆ। ਮਨ ਦੀਨ ਭਇਓ ਅਸ਼ਟਾਂਗ ਕਰੀ। ਮਨ ਵਿੱਚ ਬਹੁਤ ਦੀਨ ਹੋਇਆ, 8 ਅੰਗ ਲਾ ਕੇ ਡੰਡੌਤ ਬੰਦਨਾ ਕੀਤੀ ਹੈ। ਬਹੁ ਬੈਨ ਬਿਨੈ ਭਨ ਹੰਗ ਜੋ ਜਰੀ। ਜਿਹੜੇ ਬਹੁਤੀਆਂ ਬੇਨਤੀਆਂ ਦੇ ਸਹਿਤ ਨੇ ਬਚਨ ਕਹੇ ਆ ਤੇ ਹੰਗਤਾ ਮਮਤਾ ਸੜ ਗਈ ਹੈ। ਤੁਮ ਸੰਤ ਸੰਪੂਰਨ ਜੋਤ ਕਲਾ। ਕਹਿੰਦਾ ਵੀ ਤੁਸੀਂ ਤੇ ਪੂਰਨ ਸੰਤੋ ਪਰਮੇਸ਼ਰ ਦੇ
ਕਲਾ ਸ਼ਕਤੀਆਂ ਦੇ ਸੰਯੁਕਤ ਹੋ ਜੀ। ਉਪਦੇਸ਼ ਦਿਜਾ ਨਿਜ ਹੋਏ ਭਲਾ। ਜਿਸ ਕਰਕੇ ਮੇਰਾ ਭਲਾ ਹੋ ਜਾਏ, ਇਹ ਆਪਣਾ ਵਿਦੇਸ਼ ਬਖਸ਼ ਦਿਓ ਜੀ। ਅਨਜਾਨ ਪਰ ਮਹਦੇਸ਼ ਸਭ। ਅਸੀਂ ਤੇ ਅਣਜਾਣ ਪੁਣੇ ਬੇਸਮਝ ਪਣੇ ਵਿੱਚ ਹੀ ਹੈ ਹਮੇਸ਼ਾ ਸਾਡਾ ਸਾਰਾ ਦੇਸ਼। ਕਰਤਾਰ ਨਾ ਜਾਣਹਿ ਕੌਣ ਕਬ। ਅਣਜਾਣ ਪਣੇ ਬੇਸਮਝੀ ਜੀ ਪਏ ਰਹੇ ਆ ਵੀ ਕਰਤਾਰ ਨੂੰ ਜਾਣਿਆ ਹੀ ਨਹੀਂ ਵੀ ਉਹ ਕੌਣ ਹੈ ਤੇ ਕਦੋਂ ਹੋਇਆ ਤੇ ਕਿੱਥੇ ਹੈ। ਬਰਖਾ ਮਗਵਾ ਜਪਤੇ ਤਬ ਹੀ। ਬਰਖਾ ਮਗਵਾ ਜਪਤੇ ਜਬ ਹੀ। ਅਸੀਂ ਤੇ ਜਦੋਂ ਹੀ ਇੰਦਰ ਦਾ ਮੰਤਰ ਜਪਦੇ ਸਾਂ ਤੇ ਬਾਰਿਸ਼ ਹੋ ਜਾਂਦੀ ਸੀ। ਬਹੁ ਹੋਏ ਪੱਕਾ ਕ੍ਰਿਸ਼ ਜੋ ਸਭ ਹੀ। ਬਹੁਤ ਵਰਖਾ ਹੋ ਜਾਂਦੀ ਸੀ, ਖੇਤੀ ਵੀ ਜਿਹੜੀ ਸਾਰੀ ਪੱਕ ਜਾਂਦੀ ਸੀ। ਇਹ ਰੀਤ ਪਰੰਪਰ ਦੇਸ਼ ਬਿਖਾ। ਇਹ ਸੰਤ ਜੀ ਇਹ ਕੋਈ ਅੱਜ ਨਵੀਂ ਰੀਤੀ ਨਹੀਂ ਹੈ, ਇਹ ਤੇ ਇਹ ਰੀਤੀ ਸਾਡੇ ਦੇਸ਼ ਵਿੱਚ ਆਦ ਤੋਂ ਪਹਿਲਾਂ ਤੋਂ ਹੀ ਹੈ ਸੀ। ਤੁਮ ਆਨ ਹਟਾਵਨ ਕੀਨ ਲਖ। ਪਰ ਤੁਸਾਂ ਨੇ ਆਣ ਕੇ ਇਹ ਰੀਤੀ ਨੂੰ ਹਟਾਉਣਾ ਕੀਤਾ, ਇਹ ਜਾਣ ਕੇ ਵੀ ਇਹ ਜਿਹੜੀ ਰੀਤੀ ਬੜੀ ਮਾੜੀ ਆ, ਪਰਮੇਸ਼ਰ ਦੇ ਵਿਰੁੱਧ ਹੈ। ਅਬ ਜੋ ਵਿਦ ਦੇਹੋ ਬਤਾਏ ਹਮੈ। ਹੁਣ ਜੋ ਵੀ ਵਿਧੀ ਢੰਗ ਤਰੀਕਾ ਤੁਸੀਂ ਸਾਨੂੰ ਦੱਸ ਦਿਓ। ਮਿਲ ਸਾ ਕਰਹਿ ਅਨੁਸਾਰ ਸੋ ਮੈਂ ਆਪਣੀ ਪਰਜਾ ਦੇ ਨਾਲ ਮਿਲ ਜੁਲ ਕੇ ਲੋਕਾਂ ਨਾਲ ਮਿਲ ਕਰਕੇ ਤੁਹਾਡੇ ਅਨੁਸਾਰ ਹੀ ਹੋ ਕੇ ਉਸੇ ਤਰ੍ਹਾਂ ਹੀ ਕਰਾਂਗਾ। ਜਿਹ ਤੇ ਸੁਖ ਪਾਵਹਿ ਲੋਕ ਸਭ। ਜਿਸ ਕਰਕੇ ਮਹਾਰਾਜ ਜੀ ਸਾਰੇ ਲੋਕ ਹੀ ਸੁਖ ਪਾਉਣਗੇ। ਪਰ ਲੋਕ ਹੋਏ ਅਭੈ। ਪਰ ਲੋਕ ਦੇ ਵਿੱਚ ਵੀ ਸਾਰੇ ਲੋਕ ਅਭੈ ਹੋ ਜਾਣਗੇ, ਨਿਡਰ ਹੋ ਜਾਣਗੇ। ਲੱਖ ਕਾ ਮਹਿਮਾ ਗਰਵੀ ਤੁਮਾਰੀ। ਵੇਖ ਲਓ ਸੰਤ ਜੀ ਤੁਹਾਡੀ ਭਾਰੀ ਮਹਿਮਾ ਜਾਣ ਕੇ। ਮਤ ਹੋਏ ਰਹੀ ਦਿੜਤਾ ਹਮਾਰੀ। ਮੇਰੀ ਜਿਹੜੀ ਬੁੱਧੀ ਹੈ ਨਾ ਉਹਦੇ ਵਿੱਚ ਸ਼ਰਧਾ ਪੱਕੀ ਹੋ ਰਹੀ ਹੈ। ਸ਼ਰਧਾ ਭਰ ਵਾਕ ਸੁਨੇ ਜਬ ਹੀ। ਜਦੋਂ ਹੀ ਸ਼ਰਧਾ ਨਾਲ ਭਰੇ ਹੋਏ ਰਾਜੇ ਦੇ ਬਚਨ ਸੁਣੇ ਐ, ਪਦ ਪਾਹੁਲ ਦੇਤ ਭਏ ਤਬ ਹੀ। ਉਸੇ ਵੇਲੇ ਮਹਾਰਾਜ ਜੀ ਨੇ ਚਰਨਾਂ ਨੂੰ ਪਖਾਰ ਕੇ ਚਰਨ ਪੌਲ ਦੇ ਦਿੱਤੀ ਹੈ। ਉਪਦੇਸ਼ ਦਿਓ ਭਜੀਏ ਹਰ ਕੋ। ਉਪਦੇਸ਼ ਦਿੱਤਾ ਵੀ ਰਾਜਾ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਤੂੰ ਸਿਮਰਨ ਕਰਨਾ ਹੈ। ਸਤ ਸੰਗਤ ਪ੍ਰੇਮ ਕਰੋ ਔਰ ਕੋ। ਤੇਰੇ ਦੇ ਵਿੱਚ ਸਤ ਸੰਗ ਦੇ ਨਾਲ ਪ੍ਰੇਮ ਕਰੋ। ਇਸ਼ਨਾਨ ਕਰੋ ਇੱਕ ਜਾਵ ਨਿਸਾ। ਪੈਰ ਰਾਤ ਰਹਿੰਦਿਆਂ ਜਦੋਂ ਇੱਕ ਪੈਰ ਰਾਤ ਰਹਿ ਜਾਏਗੀ ਤੇ ਉਸ ਵੇਲੇ ਇਸ਼ਨਾਨ ਕਰਿਆ ਕਰੋ। ਮਿਲ ਕੀਰਤ ਕੋ ਕਰ ਲਿਓ ਰਸਾ। ਮਿਲ ਜੁਲ ਕੇ ਸਾਰੇ ਲੋਕਾਂ ਨਾਲ ਵਾਹਿਗੁਰੂ ਦੀ ਜਿਹੜੀ ਕੀਰਤੀ ਹੈ ਸਿਫਤ ਸਲਾਹ ਕਰਕੇ ਤੇ ਆਨੰਦ ਦਾ ਰਸ ਲਿਓ। ਧਰਮਸਾਲ ਵਿਸਾਲ ਭਲੀ ਕਰੀਏ। ਧਰਮ ਦੀ ਜਿਹੜੀ ਜਗ੍ਹਾ ਨਾ ਚੰਗੀ ਤਕੜੀ ਉਹ ਕਾਇਮ ਕਰੀਏ। ਬਿਰਖਾ ਪਰਖਾ ਸ਼ਰ ਕੋ ਹਰੀਏ। ਜਿਹੜੀ ਈਰਖਾ ਹੈ ਇਸੇ ਤਰ੍ਹਾਂ ਕਠੋਰਤਾ ਛਲ ਫਰੇਬ ਇਹਨੂੰ ਤੇ ਛੱਡ ਹੀ ਦਈਏ, ਨਾਸ ਹੀ ਕਰ ਦਈਏ। ਸਤ ਸ਼ੀਲ ਸੰਤੋਖ ਸ਼ਿਮਾ ਧਰਨੀ। ਜਿਹੜਾ ਵੀ ਸਤ ਬੋਲਣਾ, ਸਤ ਪ੍ਰਤੱਗੀ ਹੋ ਕੇ ਸੀਲ ਧਰਮ ਸੁਭਾਅ ਰੱਖਣਾ ਹੈ, ਸੰਤੋਖ ਜਥਾ ਲਾਭ ਤਥਾ ਸੰਤੁਸ਼ਟ ਤੇ ਸ਼ਿਮਾ ਧਾਰਨੀ ਹੈ, ਆਸਾਨ ਸ਼ਕਤੀ ਰੱਖਣੀ ਹੈ। ਹਰ ਲੋਲ ਪਤਾ ਕਰਨਾ ਕਰਨੀ। ਚੰਚਲਤਾ ਇਹਨੂੰ ਨਾਸ ਕਰੋ ਤੇ ਸਾਰਿਆਂ ਉੱਪਰ ਕਿਰਪਾ ਹੀ ਕਰਨੀ ਹੈ, ਦਇਆ ਹੀ ਕਰਨੀ ਹੈ। ਚਾਸ਼ ਹੇਰ ਸ਼ੁਦਾ ਤੁਰ ਦੇ ਅਸਨਾ। ਨਿਤ ਅੱਖਾਂ ਨਾਲ ਦੇਖਦਿਆਂ ਹੀ ਵੀ ਭੁੱਖ ਨਾਲ ਵਿਆਕਲ ਹੈ ਕੋਈ ਤੇ ਉਹਨੂੰ ਭੋਜਨ ਦੇ ਦਿਓ। ਨਗਨੰ ਨਰਕੋ ਦਿਜੀਏ ਬਸਨਾ। ਪੁਰਸ਼ ਨੂੰ ਨਗਨੰ ਕਹੀਏ, ਪਰਦੇ ਤੋਂ ਰਹਿਤ, ਕੱਪੜਿਆਂ ਤੋਂ ਰਹਿਤ ਜਾਣ ਕੇ ਉਹਨੂੰ ਕੱਪੜਾ ਦੇ ਦੇਣਾ ਕਰੀਏ। ਮਿਲ ਸੰਤਨ ਕਾਲ ਬਤੀਤ ਕਰੋ। ਫਿਰ ਸੰਤਾਂ ਨਾਲ ਮਿਲ ਜੁਲ ਕੇ ਬਹੁਤਾ ਸਮਾਂ ਲੰਘਾਉਣਾ ਕਰੋ, ਬਤੀਤ ਕਰੋ। ਭਵ ਸਾਗਰ ਕੋ ਨਿਰਸੰਸ ਤਰੋ। ਜਿਸ ਕਰਕੇ ਸੰਸਾਰ ਸਮੁੰਦਰ ਤੋਂ ਬਿਨਾਂ ਸੰਸੇ ਤੋਂ ਹੀ ਤੂੰ ਤਰ ਜਾਏਗਾ। ਸੁਨ ਕੈ ਉਪਦੇਸ਼ ਸੋ ਨਾਮ ਸਭੈ। ਸੁਣ ਕੇ ਸਤਿਗੁਰ ਜੀ ਤੋਂ ਪਾਸੋਂ ਇਹ ਸਾਰੇ ਲੋਕ ਨਾਮ ਦਾ ਉਪਦੇਸ਼ ਕਰ ਬੰਦ ਹੈ ਬੰਧਨ ਕੀਨ ਕਤਬੈ। ਉਸ ਵੇਲੇ ਮਹਾਰਾਜ ਜੀ ਨੂੰ ਇਹਨਾਂ ਸਾਰਿਆਂ ਨੇ ਦੋਵੇਂ ਹੱਥ ਜੋੜ ਜੋੜ ਕੇ ਮੱਥੇ ਟੇਕੇ ਹੈ। ਧਰਮਸਾਲ ਰਚੀ ਤਤਕਾਲ ਤਹਾ। ਉੱਥੇ ਜਿਹੜੀ ਧਰਮ ਦੀ ਜਗ੍ਹਾ ਬੜੀ ਛੇਤੀ ਰਚ ਦਿੱਤੀ, ਬਣਾ
ਥਾਂ ਦਿੱਤੀ ਹੈ। ਅਰਬਿੰਦ ਬਿਲੋਚਨ ਬੈਸ ਜਹਾਂ ਜਿੱਥੇ ਕਵਲ ਵਰਗੇ ਨੇਤਰਾਂ ਵਾਲੇ ਸਤਿਗੁਰ ਜੀ ਬੈਠ ਰਹੇ ਸੀ। ਗੁਣ ਖਾਨ ਇਸੋ ਉਪਕਾਰ ਕਰਿਓ ਗੁਣਾਂ ਦੀ ਖਾਨ ਨੇ ਇਸ ਤਰ੍ਹਾਂ ਉਪਕਾਰ ਕੀਤਾ ਇਸ ਇਲਾਕੇ ਉੱਪਰ। ਕਰਤਾਰ ਭਜੇ ਸਭ ਦੇਸ਼ ਤਰਿਓ ਸਾਰਾ ਦੇਸ਼ ਹੀ ਤਰ ਗਿਆ ਵਾਹਿਗੁਰੂ ਵਾਹਿਗੁਰੂ ਦਾ ਭਜਨ ਕਰਨੇ ਕਰਕੇ। ਜਿਨ ਕੇਤਕ ਸ੍ਰੀ ਗੁਰ ਦੇਸ਼ ਤਿਸੀ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਕੁਝ ਕੁ ਦਿਨ ਸੁਭਾਏਮਾਨ ਗੁਰੂ ਨਾਨਕ ਸਾਹਿਬ ਜੀ ਇਸੇ ਹੀ ਦੇਸ਼ ਨਰ ਕੀਨ ਉਧਾਰ ਰਹੇ ਸੋ ਜਸੀ ਜਸ ਵਾਲੇ ਗੁਰੂ ਜੀ ਨੇ ਇਸੇ ਦੇਸ਼ ਵਿੱਚ ਹੀ ਕੁਝ ਦਿਨ ਰਹਿ ਕੇ ਬਹੁਤ ਮਨੁੱਖਾਂ ਦਾ ਉਧਾਰ ਕੀਤਾ ਹੈ। ਸ਼ਿਤਪਾਲ ਪ੍ਰਜਾ ਸਭ ਆਵਤ ਹੈ ਰਾਜੇ ਦੇ ਸਮੇਤ ਸਾਰੀ ਪ੍ਰਜਾ ਦੇ ਲੋਕ ਹੀ ਆਉਂਦੇ ਹੈ। ਪਗ ਬੰਧਨ ਕਾ ਸੁਖ ਪਾਵਤ ਹੈ ਮਹਾਰਾਜ ਜੀ ਦੇ ਚਰਨਾਂ ਉੱਪਰ ਮੱਥੇ ਟੇਕ ਟੇਕ ਕੇ ਸੁਖ ਪਾਉਂਦੇ ਬਹੁਤੇ। ਸੋਨਾ ਸ਼੍ਰੀ ਮੁਖ ਤੇ ਸੁਖਵੰਤ ਗਿਰਾ ਇਸ ਤਰ੍ਹਾਂ ਸੁਭਾਏਮਾਨ ਮੁਖ ਤੋਂ ਸੁਖ ਵਾਲੀ ਮਹਾਰਾਜ ਦੀ ਬਾਣੀ ਸੁਣ ਕੇ ਸਭ ਕੋ ਉਰ ਪ੍ਰੇਮ ਕੇ ਸੰਗ ਭਰਾ ਸਾਰਿਆਂ ਦਾ ਜਿਹੜਾ ਹਿਰਦਾ ਹੈ ਉਹ ਪ੍ਰੇਮ ਦੇ ਨਾਲ ਹੀ ਭਰ ਗਿਆ ਲਬਾ ਲੱਭ। ਸਿਮਰ ਹੈ ਹਰ ਨਾਮ ਹੈ ਪ੍ਰੀਤ ਕਰ ਹੁਣ ਤੇ ਨਾਮ ਦੇ ਨਾਲ ਹੀ ਪ੍ਰੀਤੀ ਕਰਦੇ, ਨਾਮ ਦੇ ਨਾਲ ਹੀ ਪ੍ਰੀਤੀ ਕਰਕੇ ਵਾਹਿਗੁਰੂ ਨਾਮ ਹੀ ਸਿਮਰਦੇ ਹੈ। ਮਿਲ ਆਪਸ ਮੈਂ ਬਹੁ ਭਾਉ ਧਰੈ ਆਪੋ ਵਿੱਚ ਹੀ ਮਿਲ ਕੇ ਬਹੁਤਾ ਪ੍ਰੇਮ ਰੱਖਦੇ, ਈਰਖਾ ਛੱਡ ਦਿੱਤੀ ਹੈ। ਦੋਹਰਾ ਰਾਹ ਕਪੂਰਬ ਸਿੱਖ ਜੋ ਸਿੱਖ ਜੋ ਬੋਲਿਓ ਰਾਹਕ ਪੂਰਖ ਸਿੱਖ ਜੋ। ਜਿਹੜਾ ਪਹਿਲਾਂ ਜਿਹੜਾ ਸਿੱਖ ਜ਼ਿਮੀਦਾਰ ਮਿਲਿਆ ਸੀ ਬੋਲਿਓ ਦੈ ਕਰ ਬੰਦ ਉਹ ਦੋਵੇਂ ਹੱਥ ਜੋੜ ਕੇ ਬੋਲਿਆ ਕੁਦਰਤ ਕੋ ਕੁਛ ਪਤਾ ਮੁਝ ਕਹਿਣ ਲੱਗਾ ਮਹਾਰਾਜ ਜੀ ਆਪ ਜੀ ਨੇ ਬਰਖਾ ਵੀ ਕਰ ਦਿੱਤੀ ਹੈ, ਉਸ ਕਰਤਾਰ ਦਾ ਨਾਮ ਵੀ ਜਪਾ ਦਿੱਤਾ, ਪਰ ਉਹਦੀ ਕੁਦਰਤ ਜਿਹੜੀ ਹੈ ਉਹਦਾ ਕੁਝ ਦੇ ਕੁਝ ਪਤਾ ਦੱਸੋ ਨਾ ਮੈਨੂੰ। ਦਰਸਾਵੋ ਸੁਖ ਕੰਦ ਸੁੱਖਾਂ ਦੇ ਦਾਤੇ ਜਾਂ ਸੁੱਖਾਂ ਦੇ ਬੱਦਲ ਗੁਰੂ ਨਾਨਕ ਸਾਹਿਬ ਜੀ ਉਹ ਕੁਦਰਤ ਦਾ ਵੀ ਦਰਸ਼ਨ ਕਰਾ ਦਿਓ ਜੀ। ਸ਼ੰਕਰ ਛੰਦ ਸੁਨ ਕਰ ਤਿਹ ਕੇ ਬਚ ਗੁਰ ਨਾਨਕ ਬਚਨ ਸੁਣ ਕੇ ਇਹ ਜ਼ਿਮੀਦਾਰ ਦੇ ਗੁਰੂ ਨਾਨਕ ਸਾਹਿਬ ਜੀ ਕਰੀ ਗਿਰਾ ਉਚਾਰ ਫਿਰ ਆਪ ਬਾਣੀ ਬਚਨ ਉਚਾਰਨ ਕੀਤਾ। ਜਾਹੋ ਖੇਤ ਮਹਿ ਬੂਟ ਉਪਾਰੋ ਮਾਰੇ ਕਹਿੰਦੇ ਜ਼ਿਮੀਦਾਰਾ ਜੇ ਤੂੰ ਕੁਦਰਤ ਵੇਖਣੀ ਚਾਹੁੰਦਾ ਹੈ ਨਾ ਆਪਣੇ ਖੇਤ ਵਿੱਚ ਚਲਿਆ ਜਾ ਤੇ ਉੱਥੋਂ ਇੱਕ ਬੂਟਾ ਜਿਹੜਾ ਉਹਨੂੰ ਉਖਾੜ ਲਾ ਪੁੱਟ ਲਾ। ਦੇਖੋ ਕੁਦਰਤ ਭਾਰ ਉਹ ਬੂਟਾ ਪੁੱਟ ਕੇ ਵੇਖ ਲਾ ਪਰਮੇਸ਼ਰ ਦੀ ਭਾਰੀ ਕੁਦਰਤ ਨੂੰ। ਆਚਰਜ ਜਿਹ ਕੋ ਰੂਪ ਲਖਿਤ ਜਿਸ ਪਰਮੇਸ਼ਰ ਦਾ ਰੂਪ ਆਚਰਜੀ ਜਾਣਿਆ ਜਾਂਦਾ ਹੈ। ਸਕਾ ਕੌਣ ਨਾਚੀਨਾ ਐਸਾ ਕੌਣ ਹੈ ਵੀ ਜਿਹੜਾ ਉਹਦੀ ਪਰਮੇਸ਼ਰ ਦੀ ਕੁਦਰਤ ਨੂੰ ਪਛਾਣ ਸਕੇ ਜਾਣ ਸਕੇ, ਕੋਈ ਨਹੀਂ ਜਾਣ ਸਕਦਾ। ਸੁਰ ਨਰ ਅਸੁਰ ਅਹਤਰ ਹੈ ਤਾਕੇ ਕਿਉਂਕਿ ਉਸ ਮਾਲਕ ਦੇ ਜਾਂ ਦੈਂਤ ਮਨੁੱਖ ਦੇਵਤੇ ਸੱਪ ਤੇ ਪਤਾਲ ਉਰਦ ਜਿਨ ਇਹ ਕੀਨਾ ਫਿਰ ਸੱਤ ਆਕਾਸ਼ ਉਤਲੇ ਤੇ ਜਿਨ ਇਹ ਧਰਤੀ ਕੀਤੀ ਹੋਈ ਹੈ। ਨਿਜ ਕਾਨ ਸੁਨ ਮਤਵਾਨ ਮਾਨਵ ਇਹ ਜਿਹੜਾ ਜ਼ਿਮੀਦਾਰ ਮਨੁੱਖ ਬੜਾ ਬੁੱਧੀ ਵਾਲਾ ਸੀ ਆਪਣੇ ਕੰਨਾਂ ਵਿੱਚ ਸੁਣ ਕੇ ਖੇਤ ਮਹਿ ਤਬ ਜਾਏ ਖੇਤ ਵਿੱਚ ਉਸ ਵੇਲੇ ਚਲਿਆ ਗਿਆ। ਜੋ ਧੂਮ ਬੂਟ ਉਖਾਰ ਦੇਖਿਓ ਆਪਣੇ ਖੇਤ ਵਿੱਚ ਜਾ ਕੇ ਤੇ ਇੱਕ ਜਿਹੜਾ ਕਣਕ ਦਾ ਬੂਟਾ ਨੇ ਪੁੱਟ ਕੇ ਦੇਖਿਆ ਰਹਿਓ ਔਰ ਬਿਸਮਾਏ ਹਿਰਦੇ ਵਿੱਚ ਅਚਰਜੀ ਹੋ ਰਿਹਾ ਸੀ। ਅੰਗਾਰ ਅਗਨੀ ਅਰਨ ਦੀ ਸਤਾ ਕੀ ਵੇਖਿਆ ਵੀ ਉਹ ਬੂਟੇ ਦੇ ਥੱਲੇ ਅੱਗ ਦੇ ਜਿਹੜੇ ਅੰਗਾਰ ਹੀ ਲਾਲ ਲਾਲ ਦਿਸੇ ਇਸ ਨੂੰ ਤੇਜ ਨਹਿ ਸਹਜਾਏ ਜਿਨ੍ਹਾਂ ਦਾ ਤੇਜ ਸਹਿਆ ਹੀ ਨਹੀਂ ਸੀ ਜਾ ਰਿਹਾ, ਇੰਨੀ ਤੇਜ ਗਰਮੀ ਸੀ ਅੰਗਾਰਾਂ ਦੀ। ਸਭ ਲੋਕ ਹੇਰਨ ਖੇਤ ਦੌਰੇ ਖੇਤ ਦੌਰੇ ਸਾਰੇ ਜਿਹੜੇ ਲੋਕ ਉਹਨਾਂ ਨੂੰ ਪਤਾ ਲੱਗ ਗਿਆ ਇਹ ਕੁਝ ਵੇਖਣ ਵਾਸਤੇ ਦੌੜੇ ਆ ਖੇਤ ਵੱਲ। ਬਹੁਤ ਜਿਨ ਮਨ ਚਾਏ ਜਿਨ੍ਹਾਂ ਲੋਕਾਂ ਦੇ ਮਨ ਵਿੱਚ ਇਹ ਦੇਖਣ ਦਾ ਬਹੁਤ ਚਾਅ ਉਤਸ਼ਾਹ ਹੈ ਸੀ। ਹੇਰ ਹੇਰ ਆਚਰਜ ਮਨ ਹੈ ਵੇਖ ਵੇਖ ਕੇ ਸਾਰੇ ਜਿਹੜੇ ਆ ਨਾ
ਉਸ ਚਰਜ ਦਾ ਹੀ ਮੰਨ ਰਹੇ ਹੈ ਅਗਨ ਪਰ ਬਿਖ ਖੇਤ ਵੀ ਖੇਤ ਨੂੰ ਅੱਗ ਦੇ ਉੱਪਰ ਲੱਗਾ ਹੋਇਆ ਦੇਖ ਕੇ ਜਿਹ ਸ਼ਵਤ ਜਰਹੀ ਦਾਰ ਦਰੁਤ ਤੇ ਵਿਚਾਰਦੇ ਵੀ ਜਿਸ ਨੂੰ ਛੋਂਦਿਆਂ ਆ ਲੱਕੜੀ ਛੇਤੀ ਨਾਲ ਸੜ ਜਾਏਗੀ। ਸਭ ਹਰੀ ਵੀ ਕਹਿਤ ਕਿਸ ਵਾਸਤੇ ਵੀ ਆ ਸਾਰੀ ਜਿਹੜੀ ਖੇਤੀ ਹਰੀ ਭਰੀ ਹੋਈ ਪਈ ਅੱਗ ਦੇ ਉੱਪਰ ਵੀ ਕਰਤਾਰ ਕੁਦਰਤ ਅਤ ਬ੍ਰਿਸ਼ਟ ਹੈ। ਉਹ ਕਹਿੰਦੇ ਵਿਚਾਰਦੇ ਵੀ ਕਰਤਾਰ ਪਰਮੇਸ਼ਰ ਜਿਹੜੀ ਕੁਦਰਤ ਹੈ ਤੇ ਬਹੁਤ ਬੜੀ ਹੈ ਜੀ। ਕੀਨ ਅਚਰਜ ਬਾਤ ਉਸਨੇ ਆਸ਼ਚਰਜੀ ਗੱਲ ਕੀਤੀ ਹੈ ਨਾ ਵੀ ਕਿੱਥੇ ਪਾਣੀ ਦੀ ਜ਼ਰੂਰਤ ਤੇ ਅੱਗ ਤੇ ਖੇਤੀ ਕੀਤੀ ਹੋਈ ਹੈ। ਅਗਨ ਉਪਰ ਕ੍ਰਿਸ਼ ਬ੍ਰਿਦਤ ਵੀ ਅੱਗ ਦੇ ਉੱਪਰ ਜਿਹੜੀ ਖੇਤੀ ਉਹ ਵੱਧ ਰਹੀ ਹੈ। ਹਰੀ ਬਹੁ ਜਿਹ ਬਾਤ ਖੇਰ ਬਹੁਤ ਹਰੀ ਭਰੀ ਵੀ ਹੈ ਜਿਹਦੇ ਪੱਤੇ ਵੀ ਬਹੁਤ ਹਰੇ ਹੈ। ਇਹ ਆਸ਼ਚਰਜੀ ਤਾਂ ਗੱਲ ਹੈ। ਕਰਤਾਰ ਬਾਹਰ ਲਖਾਏ ਕੁਦਰਤ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਨੂੰ ਜਣਾ ਕੇ ਕੁਦਰਤ ਉਹਦੀ ਦਿਖਾ ਕੇ ਸਤ ਨਾਮ ਜਪਾਏ ਤੇ ਸਤ ਨਾਮ ਵਾਹਿਗੁਰੂ ਨੂੰ ਜਪਾਇਆ ਸਭ ਨੂੰ। ਕਰ ਧਰਮਸ਼ਾਲਾ ਗ੍ਰਾਮ ਗ੍ਰਾਮ ਹੈ ਫਿਰ ਤੇ ਨਗਰ ਨਗਰ ਪਿੰਡ ਪਿੰਡ ਧਰਮਸ਼ਾਲਾ ਕਾਇਮ ਕਰ ਦਿੱਤੀ ਹੈ। ਨਾਮ ਦਾਨ ਦ੍ਰਿੜਾਏ ਸਭ ਨੂੰ ਵਾਹਿਗੁਰੂ ਦਾ ਨਾਮ ਦਾ ਦਾਨ ਹੀ ਦ੍ਰਿੜਾਇਆ ਪੱਕਿਆਂ ਕੀਤਾ ਵੀ ਭਾਈ ਨਾਮ ਤੋਂ ਨਹੀਂ ਕਿਤੇ ਥੜਕਣਾ, ਨਾਮ ਤੋਂ ਨਹੀਂ ਉਕਣਾ। ਤਬ ਕੀਨ ਦੇਸ਼ ਪਵਿੱਤਰ ਸਗਰੋ ਗੁਰੂ ਸਾਹਿਬ ਜੀ ਨੇ ਕਲਾ ਵਰਤਾ ਕੇ ਸਾਰਾ ਦੇਸ਼ ਹੀ ਉਸ ਵੇਲੇ ਪਵਿੱਤਰ ਕਰ ਦਿੱਤਾ। ਲੱਗੇ ਕੀਰਤ ਗਾਨ ਵਾਹਿਗੁਰੂ ਦੀ ਜਿਹੜੀ ਕੀਰਤੀ ਸਿਫਤ ਸਲਾਹੇ ਇਲਾਕੇ ਦੇ ਦੇਸ਼ ਦੇ ਲੋਕ ਸਾਰੇ ਗਾਉਣ ਲੱਗੇ ਐ। ਸ਼ੁਭ ਚੱਲੀ ਰੀਤ ਪਨੀਤ ਸਿੱਖੀ ਉਸ ਮੁਨਾਫਕ ਦੇਸ਼ ਜਿਹਦਾ ਨਾਮ ਸੀ ਉੱਥੇ ਤੇ ਸਿੱਖੀ ਦੀ ਪਨੀਤ ਪਵਿੱਤਰ ਚੰਗੀ ਰੀਤੀ ਚੱਲ ਪਈ। ਸਤ ਗੁਰੂ ਕੁਰਬਾਨ ਸਤਿਗੁਰੂ ਜੀ ਜਿਹੜੇ ਆ ਗੁਰੂ ਨਾਨਕ ਸਾਹਿਬ ਜੀ ਉਹਨਾਂ ਤੋਂ ਬਲਿਹਾਰ ਕੁਰਬਾਨ ਸਾਰੇ ਜਾਂਦੇ ਆ। ਇਸੇ ਤਰ੍ਹਾਂ ਭਾਈ ਬਾਲਾ ਜੀ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਸਤਿਗੁਰਾਂ ਤੋਂ ਅਸੀਂ ਕੁਰਬਾਨ ਬਲਿਹਾਰ ਜਾਂਦੇ ਹਾਂ। ਨਰ ਕਰਹਿ ਕੀਰਤ ਪ੍ਰੀਤ ਯੁਤ ਸਾਰੇ ਜਿਹੜੇ ਲੋਕ ਹੈ ਬੜੀ ਪ੍ਰੀਤੀ ਦੇ ਸਹਿਤ ਵਾਹਿਗੁਰੂ ਦੀ ਸਿਫਤ ਸਲਾਹ ਕੀਰਤੀ ਕਰਦੇ ਐ ਔਰ ਧਰੀ ਸ਼ਰਦਾ ਨਾਮ ਤੇ ਹਿਰਦੇ ਵਿੱਚ ਨਾਮ ਦੇ ਉੱਪਰ ਹੀ ਸ਼ਰਧਾ ਧਾਰੀ ਹੋਈ ਰੱਖੀ ਹੋਈ ਹੈ। ਬਾਰ ਪਰਮ ਦਾ ਅਪਵਰਗ ਸਿਮਰਨਾ ਜੋ ਨਾਮ ਦਾ ਸਿਮਰਨ ਹੈ ਵੀ ਜੋ ਸਭ ਕੁਝ ਬਖਸ਼ਣ ਵਾਲਾ ਹੈ, ਸ੍ਰੇਸ਼ਟ ਵਰ ਦਾ ਦਾਤਾ ਮੁਕਤੀ ਦਾ। ਧਰਮ ਅਰਥ ਹੈ ਕਾਮ ਧਰਮ ਸਵੈ ਧਰਮ ਵਿੱਚ ਪੱਕਿਆਂ ਰਹਿਣਾ, ਅਰਥ ਮਾਇਆ ਰਹਿਣੀ, ਫਿਰ ਕਾਮਨਾਵਾਂ ਪੂਰੀਆਂ ਹੋਣੀਆਂ। ਇਹ ਧਰਮ ਅਰਥ ਕਾਮ ਤੇ ਜਿਹੜੀ ਕੇਵਲ ਮੁਕਤੀ ਹੈ ਇਸ ਨੂੰ ਬਖਸ਼ਣ ਵਾਲਾ ਜਿਹੜਾ ਪਰਮੇਸ਼ਰ ਦਾ ਨਾਮ ਸਾਰੇ ਉਹਦੀ ਸਿਫਤ ਸਲਾਹਨਾ ਕਰਦੇ ਐ। ਜਿਸ ਨਾਮ ਤੇ ਸੁਖ ਧਾਮ ਪ੍ਰਾਪਤ ਹੇ ਭਾਈ ਜਿਸ ਨਾਮ ਤੋਂ ਸੁੱਖਾਂ ਦਾ ਘਰ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਕਰੇ ਪਤਿਤ ਅਨੇਕ ਅਨੇਕਾਂ ਹੀ ਪਾਪੀ ਤਰੇ ਐ ਜਿਸ ਨਾਮ ਨੂੰ ਜਪ ਕੇ। ਜੋ ਗਿਆਨ ਸ਼ੋਨੀ ਨਾਗ ਸਦਨਾ ਜੋ ਆਕਾਸ਼ ਹੈ, ਸ਼ੋਨੀ ਧਰਤੀ ਹੈ, ਨਾਗਾਂ ਦਾ ਘਰ ਪਤਾਲ ਹਨ। ਹਮ ਅੰਡ ਹਟੇਕ ਜੋ ਪਰਮੇਸ਼ਰ ਬ੍ਰਹਮੰਡਾਂ ਕਰੋੜਾਂ ਦਾ ਹੀ ਆਸਰਾ ਹੈ। ਦੇਹ ਕੋ ਮਨਾਫਕ ਨਾਮ ਪੂਰਬ ਉਧਰ ਦੇਸ਼ ਦਾ ਜੋ ਮੁਨਾਫਕ ਨਾਮ ਹੈ ਸੀ ਫੇਰ ਸਤਿਗੁਰ ਦੀਨਾ ਸਤਿਗੁਰ ਜੀ ਨੇ ਉਹ ਮੁਨਾਫਕ ਦੇਸ਼ ਦਾ ਨਾਮ ਫੇਰ ਦਿੱਤਾ, ਭਾਵ ਬਦਲ ਦਿੱਤਾ ਪੁਨ ਦੇਸ਼ ਸਵਾਲਿਓ ਰਾਖਿਓ ਤੇ ਉਸ ਦੇਸ਼ ਦਾ ਨਾਮ ਜਿਹੜਾ ਸਵਾਲਿਓ ਰੱਖ ਦਿੱਤਾ ਹੈ ਵੀ ਇਹ ਸੋਹਣਾ ਦੇਸ਼ ਹੈ, ਸਫਲਾ ਦੇਸ਼ ਹੈ। ਕਰ ਰੀਤ ਰੁਚਰ ਨਵੀਨਾ ਨਵੀਂ ਤੇ ਸੋਹਣੀ ਰੀਤੀ ਨੂੰ ਕਾਇਮ ਕਰਕੇ ਇਸ ਭਾਂਤ ਕਰ ਉਪਕਾਰ ਤਿਨ ਪਰ ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਉੱਥੋਂ ਦੇ ਲੋਕਾਂ ਉੱਪਰ ਮਹਾਰਾਜ ਜੀ ਉਪਕਾਰ ਕਰਕੇ ਭਲਾ ਸਬਦਾ ਕਰਕੇ ਚਲਨ ਮਨਸਾ ਕੀਨਾ ਫਿਰ ਉੱਥੋਂ ਅੱਗੇ ਚੱਲਣ ਦੀ ਇੱਛਾ ਕੀਤੀ ਹੈ। ਭਵ ਸੇਤ ਕੀਰਤ ਕਰਨ ਧਰਨੀ ਜਿਨ੍ਹਾਂ ਸਤਿਗੁਰਾਂ ਨੇ ਧਰਤੀ ਉੱਪਰ ਧਰਤੀ ਵਿੱਚ ਰਹਿਣ ਵਾਲੇ ਸੰਸਾਰੀ ਜਿਹੜੇ ਜੀਵ ਹੈ
ਉਹਨਾਂ ਦੇ ਭਲੇ ਵਾਸਤੇ ਵਾਹਿਗੁਰੂ ਦੀ ਕੀਰਤੀ ਦਾ ਪੁਲ ਤਿਆਰ ਕੀਤਾ ਹੈ। ਜਾਹੇ ਸਿੱਖ ਸੁਖ ਦੀਨਾ। ਫਿਰ ਜਿਨ੍ਹਾਂ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਪਰਮ ਸੁਖ ਕੇਵਲ ਮੁਕਤੀ ਦਾ ਸੁਖ ਦਿੱਤਾ ਹੈ। ਘਰ ਭੂਪ ਪਰਜਾ ਪਰ ਖੁਸ਼ੀ। ਰਾਜੇ ਸਮੇਤ ਤੇ ਪ੍ਰਜਾ ਦੇ ਸਮੇਤ ਮਹਾਰਾਜ ਖੁਸ਼ੀ ਇਹਨਾਂ ਉੱਪਰ ਕਰਕੇ ਗੁਰ ਗਏ ਆਨ ਅਸਥਾਨ। ਗੁਰੂ ਸਾਹਿਬ ਜੀ ਹੋਰ ਸਥਾਨ ਨੂੰ ਚੱਲ ਪਏ, ਚਲੇ ਗਏ। ਪਛਾਤ ਨਰ ਝੂਰਤ ਹਿਰਦੈ। ਹਿਰਦੇ ਵਿੱਚ ਜਿਹੜੇ ਲੋਕ ਸੀ ਨਾ ਇੱਥੋਂ ਦੇ ਬੜਾ ਪਿੱਛੋਂ ਪਛਤਾਉਂਦੇ ਐ। ਤਬ ਰਹੇ ਹਮ ਅਨਜਾਨ। ਕਹਿੰਦੇ ਉਹ ਮਨਾ ਵੇਖ ਲੋ ਅਸੀਂ ਤੇ ਅਣਜਾਣ ਹੀ ਰਹੇ ਆ ਉਸ ਵੇਲੇ। ਕਰ ਸੇਵ ਤਿਨ ਕੀ ਤ੍ਰਿਪਤ ਭੇ ਨਹਿ। ਅਸੀਂ ਤੇ ਉਹਨਾਂ ਸੰਤਾਂ ਮਹਾਤਮਾ ਦੀ ਸੇਵਾ ਕਰਕੇ ਅਜੇ ਰੱਜੇ ਨਹੀਂ ਸਾਂ। ਆਏ ਦਰਸ ਅਮੋਲ। ਫਿਰ ਅਮੋਲ ਕੀ ਮੁੱਲ ਤੋਂ ਰਹਿਤ ਮਹਾਨ ਪਵਿੱਤਰ ਦਰਸ਼ਨ ਪਾਉਂਦੇ ਸਾਂ। ਭਜ ਸ਼ਰਨ ਗੁਰ ਸੰਤੋਖ ਸਿੰਘ। ਐਵੇਂ ਪਛਤਾਵਾ ਕਰਦੇ ਵੀ ਸੇਵਾ 'ਚ ਕਮੀ ਰਹਿ ਗਈ ਹੈ, ਹੋਰ ਉਹਨਾਂ ਦੀ ਸੇਵਾ ਕਰ ਲੈਂਦੇ, ਉਹ ਇੱਥੇ ਰਹਿੰਦੇ ਨਾਲੇ ਦਰਸ਼ਨ ਪਾਉਂਦੇ। ਨਾ ਤੇ ਦਰਸ਼ਨ ਕਰਕੇ ਰੱਜਦੇ ਸਾਂ ਤੇ ਨਾ ਸੇਵਾ ਕਰਕੇ ਰੱਜਦੇ ਸਾਂ। ਮਗਰੋਂ ਪਛਤਾਵਾ ਕਰਦੇ, ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਉਹੀ ਉਹ ਪਛਤਾਵਾ ਕਰਦੇ। ਨਹੀਂ ਤੇ ਲੋਕ ਤੇ ਜਿਹੜਾ ਪਛਤਾਵਾ ਨਹੀਂ ਕਰਦੇ, ਜਿੰਨੀ ਜਾਨ ਛੁੱਟ ਜੇ ਉਨੀ ਜਾਨ ਬਚਾ ਕੇ ਰੱਖਦੇ ਵੀ ਚਲੋ ਸੇਵਾ ਵਿੱਚ ਜਿੱਥੇ ਕਿਤੇ ਹੱਥ ਘੁੱਟਿਆ ਜਾਵੇ ਘੁੱਟ ਹੀ ਲੈਣਾ ਚਾਹੀਦਾ ਹੈ। ਇਹ ਤੇ ਗੁਰਮੁਖਾਂ ਨੂੰ ਘਾਟਾ ਹੁੰਦਾ ਹੈ। ਭਜ ਸ਼ਰਨ ਗੁਰ ਸੰਤੋਖ ਸਿੰਘ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਇਹ ਸੰਤੋਖ ਸਿੰਘਾ ਤੂੰ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਭੱਜ ਕੇ ਪੈ ਜਾ। ਨਿਤ ਪਾਏ ਆਨੰਦ ਅਡੋਲ। ਜਿਸ ਕਰਕੇ ਤੂੰ ਹਮੇਸ਼ਾ ਲਈ ਅਡੋਲ ਆਨੰਦ ਨੂੰ ਪਾ ਲਏਗਾ। ਜਿਸ ਤਰ੍ਹਾਂ ਉੱਥੋਂ ਦੇ ਲੋਕ ਸਨ ਮੁਨਾਫਿਕ ਦੇਸ਼ ਦੇ, ਕਿ ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਵੀ ਪਰਮੇਸ਼ਰ ਹੈ ਕੌਣ, ਕਿੱਥੇ ਰਹਿੰਦਾ ਹੈ, ਉਹਦੀ ਸਤ ਸੰਗਤ ਵੀ ਹੁੰਦੀ, ਉਹਦਾ ਨਾਮ ਬੜਾ ਮਹਾਨ ਨਹੀਂ ਸੀ ਪਤਾ। ਪਰ ਉਹਨਾਂ ਨੇ ਗੁਰੂ ਦੀ ਸ਼ਰਨ ਲਈ ਤੇ ਸ਼ਰਨ ਲੈਣੇ ਕਰਕੇ ਤੇ ਵੇਖ ਲਾ ਉਹਨਾਂ ਨੇ ਅਡੋਲ ਸੁਖ ਪਾਇਆ, ਪਰਮ ਸੁਖ ਪਾ ਲਿਆ। ਸਭ ਨੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਭਜਨ ਕਰਦੇ ਆ। ਇਸੇ ਤਰ੍ਹਾਂ ਕਹਿੰਦੇ ਭਜ ਸ਼ਰਨ ਗੁਰ ਸੰਤੋਖ ਸਿੰਘ। ਭਜ ਪੋਲਾ ਪਾਠ ਕਰ ਲੈਣਾ ਹੈ। ਕਿ ਭਾਈ ਸੰਤੋਖ ਸਿੰਘ ਕਹਿੰਦੇ ਵੀ ਇਹ ਮਨਾ ਤੂੰ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਜਾ ਕੇ ਤੇ ਵਾਹਿਗੁਰੂ ਵਾਹਿਗੁਰੂ ਦਾ ਭਜਨ ਸਿਮਰਨ ਕਰ, ਜਿਸ ਕਰਕੇ ਤੂੰ ਨਿਤ ਪਾਏ ਆਨੰਦ ਅਡੋਲ ਆਨੰਦ ਨੂੰ ਹਮੇਸ਼ਾ ਵਾਸਤੇ ਪਾ ਲਏਗਾ, ਨਿਤ ਸੁਖ ਪਾ ਲਏਗਾ। ਕਿਉਂਕਿ ਨਿਤ ਸੁਖ ਪਰਮੇਸ਼ਰ ਦੇ ਨਾਮ ਵਿੱਚ ਹੀ ਹੈ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਉਹ ਵਾਹਿਗੁਰੂ ਦੇ ਨਾਮ ਦੇ ਸੁਖ ਕਰਕੇ ਹਲਤ ਇੱਥੇ ਵੀ ਸੁੱਖ, ਪਲਤ ਪਰਲੋਕ ਵਿੱਚ ਵੀ ਸੁੱਖ ਤੇ ਨਿਤ ਸੁੱਖ ਸਿਮਰਨੋ। ਕੁਝ ਦਿਨਾਂ ਦਾ ਸੁੱਖ ਨਹੀਂ, ਪੱਕਾ ਹੀ ਸੁੱਖ ਤੂੰ ਪਾ ਲਏਗਾ। ਇਸ ਤਰ੍ਹਾਂ ਇਹ ਜਿਹੜਾ ਆਪਾਂ ਪ੍ਰਸੰਗ ਸਰਵਣ ਕੀਤਾ ਸੀ, ਅੱਗੇ ਜਿਵੇਂ ਨਵੇਂ ਪ੍ਰਸੰਗ ਆਉਣਗੇ, ਜਿਵੇਂ ਸਤਿਗੁਰੂ ਜੀ ਅੱਗੇ ਅਗਲੇ ਦੇਸ਼ਾਂ ਵਿੱਚ ਗਏ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਸਤੇ, ਉਹ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜੋ ਰਹਿੰਦੀ ਪੰਕਤੀ ਪੜ੍ਹ ਦਿਓ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਮੁਨਾਫਿਕ ਦੇਸ਼ ਪ੍ਰਸੰਗ ਵਰਣਨ ਨਾਮ ਇਕਾਦਸ਼ਮੋ ਅਧਿਆਏ। ਇਕਾਦਸ਼ਮੋ ਅਧਿਆਏ, ਇਕਾਦਸ਼ਮੋ ਨਹੀਂ ਪੜ੍ਹਨਾ, ਇਕਾਦਸ਼ਮੋ। ਇਸ ਤਰ੍ਹਾਂ ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਦੇ 11 ਜਿਹੜੇ ਅਧਿਆਏ ਸਮਾਪਤ ਹੋ ਗਏ। ਜੋ ਮੁਨਾਫਿਕ ਦੇਸ਼ ਵਿੱਚ ਪ੍ਰਸੰਗ ਸਤਿਗੁਰੂ ਜੀ ਦਾ ਵਾਪਰਿਆ ਸੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਰ ਸੇਵ ਤਿਨ ਕੀ ਤ੍ਰਿਪਤ ਭੇ ਨਹਿ ਪਾਏ ਦਰਸ ਅਮੋਲ। ਭਜ ਸ਼ਰਨ ਗੁਰ ਸੰਤੋਖ ਸਿੰਘ ਨਿਤ ਪਾਏ ਆਨੰਦ ਅਡੋਲ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ
ਮਨਾਫਿਕ ਦੇਸ਼ ਪ੍ਰਸੰਗ ਬਰਨ ਰੰਗ ਨਾਮ ਇਕਾਦਸ਼ਮ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।